गुड इवनिंग जी, गुड इवनिंग। भावना जैन, फिजिक्स की क्लास है बच्चे। हाँ जी, एवरीवन गुड इवनिंग। कोई गल नहीं, कोई गल नहीं, ठीक ठाक हो सारे। ਸਕੂਲ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਮੈਸੇਜ ਸਵੇਰੇ ਕੀਤਾ ਸੀਗਾ ਕਿ ਸਕੂਲ ਦੇ ਵਿੱਚ ਪ੍ਰੈਕਟੀਕਲ ਚੱਲ ਰਹੇ ਨੇ। ਅੱਜ ਫਿਜ਼ਿਕਸ ਦਾ ਪ੍ਰੈਕਟੀਕਲ ਸੀਗਾ, ਸੋ ਮੈਂ ਉਧਰ ਬਿਜ਼ੀ ਸੀਗਾ, ਇਸੇ ਕਰਕੇ ਆਪਣੀ ਕਲਾਸ ਅੱਜ ਨਹੀਂ ਲੱਗ ਸਕੀ। मे बी एक दो दिन सवेरे मॉर्निंग टाइम क्लास अपने नाल लगे, इवनिंग टाइम क्लास अपनी लगे करूगी, क्योंकि जो प्रैक्टिकल है वो 2-3 दिन चलूगा। ठीक है जी, सारे स्टूडेंट आ गए, बस आप 1-2 मिनट होर वेट करांगे, उस तो बाद फिर आप मीटिंग लॉक कर देंगे, क्योंकि बाद फिर डिस्टर्बेंस नहीं हो। गुड इवनिंग जी, गुड इवनिंग, वेरी गुड इवनिंग। ठीक ठाक हो सारे? मैं टॉपिक लिख देना जेड़ा अज असीं करना गा, कूलम्स लॉ तो ही दोबारा असीं स्टार्ट करांगे। लास्ट टाइम जल्दी जल्दी च दस्सिया सीगा, तो थोड़ा जिहा मैं दोबारा रिवाइज करवा दूंगा। आई एम फाइन, यू टेल। ओके, गुड गुड गुड। लो पर अटेंडेंस ला लिए, फिर आप करते हैं स्टार्ट।
हाँ जी। ਤਾਂ ਬੱਚੇ ਇੱਕ ਤਾਂ ਮੈਂ ਤੁਹਾਨੂੰ ਲਾਸਟ ਟਾਈਮ ਨੋਟਸ ਹੈਂਡ ਰਿਟਨ ਨੋਟਸ ਤੁਹਾਨੂੰ ਮੈਂ ਸ਼ੇਅਰ ਕੀਤੇ ਸੀਗੇ ਤੁਹਾਡੇ ਗਰੁੱਪ ਦੇ ਵਿੱਚ, ਹਨਾ। ਤੇ ਕਾਫੀ ਬੱਚਿਆਂ ਦੇ ਮੈਸੇਜ ਮੈਨੂੰ ਉਦੋਂ ਆ ਰਹੇ ਸੀ ਵੀ ਸਰ ਇਹ ਹੈਂਡ ਰਿਟਨ ਨੋਟਸ ਅਸੀਂ ਬਣਾਉਣੇ ਆ, ਜਾਂ ਜੋ ਤੁਸੀਂ ਵਾਈਟ ਬੋਰਡ ਵਾਲੀ ਸਕਰੀਨ ਸ਼ੇਅਰ ਕਰਦੇ ਹੋ ਅਸੀਂ ਉਹ ਬਣਾਉਣੇ ਆ। ਤਾਂ ਮੈਂ ਮੈਸੇਜ ਪਾਇਆ ਸੀ, ਮੈਂ ਦੁਬਾਰਾ ਫਿਰ ਤੋਂ ਧਿਆਨ ਤੁਹਾਡੇ ਗੱਲ ਲਿਆ ਦੇਣਾ ਕਿ ਦੇਖੋ ਮੈਂ ਜੋ ਮੇਰੇ ਕੋਲ ਮਟੀਰੀਅਲ ਹੈ ਨਾ, ਚਾਹੇ ਮੈਂ ਤੁਹਾਨੂੰ ਆਨਲਾਈਨ ਕਲਾਸ ਕਰਵਾ ਰਿਹਾ ਚਾਹੇ ਮੇਰੇ ਕੋਲ ਕੋਈ ਹੈਂਡ ਰਿਟਨ ਨੋਟਸ ਨੇ, ਮੈਂ ਦੋਨੋਂ ਤੁਹਾਨੂੰ ਪ੍ਰੋਵਾਈਡ ਕਰ ਰਿਹਾ। ਤੁਸੀਂ ਉਹਨਾਂ ਦੋਨਾਂ ਨੂੰ ਦੇਖ ਕੇ ਆਪਣੇ ਕੀ ਹੈ ਨੋਟਸ ਬਣਾਉਣੇ ਆ, ਠੀਕ ਹੈ। ਜਿਵੇਂ ਹੁਣ ਤੁਹਾਨੂੰ ਜਿਹੜੇ ਨੋਟਸ ਮਿਲਣੇ ਉਹ ਦੇਖੋ ਸਟਾਰਟਿੰਗ ਦੀ ਤੁਹਾਨੂੰ ਕੀ ਹੈ ਇਲੈਕਟ੍ਰਿਸਿਟੀ ਚੈਪਟਰ ਸਟਾਰਟਿੰਗ ਤੋਂ ਮਿਲਿਆ ਦੇ ਵਿੱਚ, ਹਨਾ, ਕਰੰਟ ਕੀ ਹੁੰਦਾ ਹੈ। ਬਟ ਤੁਸੀਂ ਦੇਖੋ ਵੀ ਆਪਾਂ ਹਜੇ ਪ੍ਰੋਪਰਲੀ ਸਿਲੇਬਸ ਸਟਾਰਟ ਨਹੀਂ ਕਰ ਰਹੇ, ਆਪਾਂ ਕਿੰਨੇ ਦਿਨਾਂ ਤੋਂ ਬਾਅਦ ਬੇਸਿਕ ਗੱਲਾਂ ਹੀ ਕਰ ਰਹੇ, ਠੀਕ ਹੈ। ਤਾਂ ਇਹ ਬੇਸਿਕ ਮਟੀਰੀਅਲ ਤੁਹਾਨੂੰ 10th ਕਲਾਸ ਦੇ ਵਿੱਚ ਐਜ਼ ਇਟ ਇਜ਼ ਨਹੀਂ ਮਿਲੂਗਾ, ਠੀਕ ਹੈ। ਜਿਹਦੇ ਲਈ ਤੁਸੀਂ ਜਿਹੜੇ ਮੈਂ ਨੋਟਸ ਤੁਹਾਨੂੰ ਵਾਈਟ ਬੋਰਡ ਵਾਲੇ ਸ਼ੇਅਰ ਕਰਦਾ, ਇਹਨਾਂ ਤੋਂ ਤੁਸੀਂ ਅੱਛੇ ਨੋਟਸ ਕੀ ਹੈ ਬਣਾ ਸਕਦੇ ਹੋ ਜਿੰਨੀ ਕਿ ਤੁਹਾਡੀ ਰਿਕੁਆਇਰਮੈਂਟ ਹੈ, ਕਿਉਂਕਿ ਮਟੀਰੀਅਲ ਤਾਂ ਦੇਖੋ ਬਹੁਤ ਹੈ। ਦੁਬਾਰਾ ਫਿਰ ਤੁਸੀਂ +2 ਕਲਾਸ ਦੇ ਵਿੱਚ ਹੀ ਬੇਸਿਕ ਟਰਮਸ ਪੜੋਗੇ, ਠੀਕ ਹੈ। ਤਾਂ ਲਾਸਟ ਟਾਈਮ ਅਸੀਂ ਕੂਲਮਸ ਲਾਅ ਦੀ ਗੱਲ ਕੀਤੀ ਸੀਗੀ। ਕੂਲਮ ਲਾਅ ਕੀ ਕਹਿੰਦਾ ਸੀਗਾ ਕਿ ਮੰਨ ਲਓ ਤੁਹਾਡੇ ਕੋਲੇ ਇੱਕ ਪੁਆਇੰਟ ਚਾਰਜ ਹੈ Q1 ਤੇ ਇੱਕ ਤੁਹਾਡੇ ਕੋਲੇ ਪੁਆਇੰਟ ਚਾਰਜ ਹੈ Q2, ਦੋਨਾਂ ਦੇ ਵਿਚਕਾਰ ਡਿਸਟੈਂਸ ਹੈਗਾ ਕੋਈ r। ਆਈ ਰਿਪੀਟ, ਦੋ ਤੁਹਾਡੇ ਕੋਲੇ ਪੁਆਇੰਟ ਚਾਰजेस ਨੇ, ਠੀਕ ਹੈ, ਉਹਨਾਂ ਵਿਚਕਾਰ ਡਿਸਟੈਂਸ ਹੈਗਾ r। ਤਾਂ ਆਪਾਂ ਕਿਹਾ ਸੀ ਵੀ ਜਿਹੜੀ ਇਹਨਾਂ ਦੇ ਵਿਚਕਾਰ ਜਿਹੜੀ ਫੋਰਸ ਲੱਗਦੀ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਲੱਗਦੀ ਹੈ ਟੂ ਦੀ ਪ੍ਰੋਡਕਟ ਆਫ ਦੀ ਮੈਗਨੀਟਿਊਡ ਆਫ देयर ਚਾਰजेस and inversely proportional to the square of the distance between them। ਦੋਨੋਂ ਇਕੁਏਸ਼ਨਸ ਨੂੰ ਜਦੋਂ ਅਸੀਂ ਕੰਬਾਈਨ ਕਰਦੇ ਹਾਂ from 1 and 2, ਤਾਂ ਆਪਣੇ ਕੋਲੇ ਫੋਰਸ ਦਾ ਫਾਰਮੂਲਾ ਬਣਦਾ ਹੈ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ Q1 Q2। ਦੇਖੋ ਇੱਥੇ ਮੈਂ ਮੈਗਨੀਟਿਊਡ ਨਹੀਂ ਲਿਖ ਰਿਹਾ ਕਿਉਂਕਿ ਮੈਂ ਉੱਪਰ ਮੈਂਸ਼ਨ ਕਰਤਾ, ਅਪਨ ਕੀ ਹੋ ਗਿਆ r ਸਕੁਅਰ, ਤੇ ਇਸ ਡਾਇਰੈਕਟਲੀ ਪ੍ਰੋਪੋਰਸ਼ਨਲ ਦਾ ਸਾਈਨ ਹਟਾ ਕੇ ਮੈਂ ਤੁਹਾਨੂੰ ਦੱਸਿਆ ਸੀ ਕਾਂਸਟੈਂਟ ਲੱਗਦਾ ਹੈ k, that is Q1 Q2 by r square। this k ਦੀ ਜਿਹੜੀ ਵੈਲਿਊ ਹੈ that is 1 by 4 pi epsilon naught Q1 Q2 by r square। ਇਹ ਸੀਗਾ ਜੀ ਕੂਲਮਸ ਲਾਅ ਦਾ ਫਾਰਮੂਲਾ। ਤੇ 1 by 4 pi epsilon naught ਹੈ ਜਿਹੜਾ, ਇਹਦੀ ਵੈਲਿਊ ਤੁਹਾਨੂੰ ਮੈਂ ਦੱਸੀ ਸੀ 9 into 10 ਦੀ ਪਾਵਰ 9। ਹੁਣ ਜਿਹੜਾ ਮੈਂ ਐਵੇਂ epsilon naught ਦੇਖੋ E ਪਾ ਕੇ ਨਾ ਇਦਾਂ ਜਿਹੜਾ ਲਿਖਦਾ ਮੈਂ ਨੋਟ, ਇਹਨੂੰ ਮੈਂ ਬੋਲਦਾ ਕੀ ਹੈ, ਹੋ ਸਕਦਾ ਕਿਸੇ ਬੱਚੇ ਨੂੰ ਨਾ ਪਤਾ ਹੋਵੇ, ਐਪਸਾਈਲਨ। ਐਪਸਾਈਲਨ ਬੋਲ ਨੋਟ, ਜਿਹੜੀ ਆ ਜ਼ੀਰੋ ਜੀ ਪਾਉਂਦੇ ਨੇ ਨੋਟ ਬੋਲਦੇ ਆ। ਬੇਸਿਕਲੀ ਜਿਹੜੀ ਇਹ ਜ਼ੀਰੋ ਹੈ ਨਾ, ਇਹ 에ਅਰ ਜਾਂ ਸਪੇਸ ਮਤਲਬ ਵੈਕਿਊਮ ਨੂੰ ਰਿਪਰੈਜ਼ੈਂਟ ਕਰਦੀ ਹੈ, ਠੀਕ ਹੈ। ਜਿਹੜਾ ਨੋਟ ਕਈ ਵਾਰ ਇਹ ਐਵੇਂ ਵੀ ਹੁੰਦਾ ਹੈ ਐਮ, ਫਿਰ ਇਹਨੂੰ ਬੋਲੋਗੇ ਤੁਸੀਂ, ਬੋਲੋਗੇ ਤਾਂ ਐਪਸਾਈਲਨ ਹੀ, ਬਟ ਫਿਰ ਇਹ ਕਿਸੇ ਮੀਡੀਅਮ ਦੇ ਲਈ ਹੋਊਗਾ, ਲਾਈਕ ਕੋਈ ਵਾਟਰ ਹੋ ਗਿਆ, ਠੀਕ ਹੈ, ਕੋਈ ਵੀ ਮਟੀਰੀਅਲ, ਕੋਈ ਗਲਾਸ ਹੋ ਗਿਆ, ਹਰ ਇੱਕ ਮਟੀਰੀਅਲ ਦੇ ਹੀ ਆਪਣੀ ਆਪਣੀ ਵੈਲਿਊਜ਼ ਹੁੰਦੀਆਂ ਨੇ। ਮੈਂ ਦੱਸਦਾ ਵੀ ਇਹ ਹੁੰਦਾ ਕੀ ਹੈ। ਤਾਂ ਕੂਲਮ ਲਾਅ ਦੇ ਵਿੱਚ ਅਸੀਂ ਇਹ ਪੜਿਆ ਸੀਗਾ, ਜਿਹੜਾ ਮੈਂ ਜੇ ਦੁਬਾਰਾ ਤੁਹਾਨੂੰ ਰਿਪੀਟ ਕਰਾ ਰਿਹਾ ਵੀ ਕੂਲਮ ਲਾਅ ਇਜ਼ ਵੈਲਿਡ ਫॉर ਅ ਪੁਆਇੰਟ ਚਾਰਜ। ਇੱਕ ਬਾਡੀ ਵਾਸਤੇ ਇਹ ਵੈਲਿਡ ਨਹੀਂ ਹੁੰਦਾ ਕਿਉਂਕਿ ਬਾਡੀ ਦੇ ਵਿੱਚ ਕੀ ਹੈ ਡਿਫਰੈਂਟ ਪੋਜੀਸ਼ਨਸ ਤੇ ਕੀ ਹੈ ਬਾਡੀ ਦੇ ਵਿੱਚ ਚਾਰਜ ਹੋ ਸਕਦਾ ਹੈ, ਤੇ ਫਿਰ ਉਹਨਾਂ ਦੇ ਵਿੱਚ ਡਿਫਰੈਂਟ ਜਿਹੜੇ ਕੀ ਡਿਸਟੈਂਸਸ ਹੋਣਗੇ, ਠੀਕ ਹੈ। ਤੇ ਜਦੋਂ ਡਿਸਟੈਂਸ ਵੇਰੀ ਕਰੂਗਾ ਤਾਂ ਡੈਫੀਨਿਟਲੀ ਉਹਨਾਂ ਦੇ ਵਿਚਕਾਰ ਫੋਰਸ ਕੀ ਹੈ ਵੇਰੀ ਕਰੂਗੀ। ਤਾਂ ਮੈਗਨੀਟਿਊਡ ਦਾ ਕੀ ਮਤਲਬ ਸੀਗਾ ਕਿ ਜਿਹੜੀ ਫੋਰਸ ਹੈ, ਜਿਹੜੀ ਸਾਨੂੰ ਆ ਫੋਰਸ ਮਿਲੂਗੀ ਨਾ ਇੱਥੋਂ ਸਿਰਫ ਸਾਨੂੰ ਉਹਦੀ ਵੈਲਿਊ ਪਤਾ ਲੱਗੂਗੀ ਵੀ ਇਹ ਫੋਰਸ ਲੱਗ ਕਿੰਨੀ ਰਹੀ ਹੈ, ਉਹਦਾ ਮੈਗਨੀਟਿਊਡ ਕਿੰਨਾ ਹੈ। ਉਹ ਫੋਰਸ ਅਟਰੈਕਟਿਵ ਹੈ ਜਾਂ ਉਹ ਫੋਰਸ ਰਿਪਲਸਿਵ ਹੈ, ਠੀਕ ਹੈ। ਇਹ ਸਾਨੂੰ ਇਹਨਾਂ ਚਾਰजेस ਦੇ ਉੱਪਰ ਨੇਚਰ ਕੀ ਹੈ ਇਹਨਾਂ ਦਾ, ਇਹ ਪੋਜ਼ਿਟਿਵ ਚਾਰਜ ਹੈ ਜਾਂ ਨੈਗੇਟਿਵ ਚਾਰਜ ਹੈ, ਉਹ ਸਾਨੂੰ ਦੇਖ ਕੇ ਪਤਾ ਲੱਗੂਗਾ, ਠੀਕ ਹੈ ਜੀ। ਤਾਂ ਆਹ ਫਾਰਮੂਲਾ ਤੁਸੀਂ ਨੋਟ ਕਰ ਲਓ, ਇਹ ਕਾਫੀ ਇੰਪੋਰਟੈਂਟ ਹੈ ਕਿ ਫੋਰਸ ਇਜ਼ ਇਕੁਅਲ ਟੂ 1 by 4 pi epsilon naught Q1 Q2 by r square। ਹੁਣ ਮੈਂ ਗੱਲ ਕਰਦਾ ਇਹ epsilon naught ਕੀ ਹੁੰਦਾ ਹੈ। epsilon naught ਐਕਚੁਅਲ ਜਿਹੜਾ ਬੱਚੇ ਦਾ ਨੇਮ ਹੈ, ਸਾਇੰਟਿਫਿਕ ਨੇਮ ਹੈ, ਉਹ ਹੈਗਾ ਦਾ ਪਰਮਿਟਿਵਿਟੀ। ਇਹਨੂੰ ਅਸੀਂ ਬੋਲਦੇ ਆ ਪਰਮਿਟਿਵਿਟੀ ਫॉर ਫ੍ਰੀ ਸਪੇਸ। ਦੇਖੋ 10th ਦੇ ਲੈਵਲ ਤੋਂ ਥੋੜਾ ਜਿਹਾ ਬਿਯੋਂਡ ਹੀ ਜਾ ਰਿਹਾ ਮੈਂ,
जे तुहानू ये समझ लगदा तां चंगी गल है, जे नहीं भी समझ लगदा ना तां ज़्यादा टेंशन लैण दी लोड़ नहीं हैगी, ठीक है। पर मेरा काम है एक बारी समझाउणा, ठीक है। तैनूं मैं तैनूं किहा सी मैं समझाऊंगा तां मैं तैनूं समझा रिहा। अपसाइलन नॉट इहनूं वैसे तुसीं की बोलना है, अपसाइलन नॉट, बट ਇਹਦਾ ਸਾਇੰਟੀਫਿਕ ਜਿਹੜਾ ਨੇਮ ਹੈ that is permittivity for a free space। free space ਤੁਹਾਨੂੰ ਮੈਂ ਕਲੀਅਰ ਕਰਤਾ। free space ਦਾ ਮਤਲਬ ਵੈਕਿਊਮ ਜਾਂ 에ਅਰ, ਠੀਕ ਹੈ। ਪਰਮਿਟਿਵਿਟੀ ਨੂੰ ਤੁਸੀਂ ਕਿਵੇਂ ਸਮਝਣਾ ਹੈ ਵੀ ਜਿਹੜਾ ਇਹ ਐਪਸਾਈਲਨ ਨੋਟ ਹੈ ਬੱਚੇ, ਇਹ ਕੀ ਹੈ? ਇਟ ਇਜ਼ ਅ ਪ੍ਰੋਪਰਟੀ ਆਫ ਅ ਮਟੀਰੀਅਲ, it is a property of material which provide resistance ਜਿਹੜੀ ਪਰਮਿਟਿਵਿਟੀ ਹੈ ਉਹ ਇੱਕ ਪ੍ਰੋਪਰਟੀ ਹੈ ਮਟੀਰੀਅਲ ਦੀ ਜਿਹੜੀ ਰੈਜ਼ਿਸਟੈਂਸ ਪ੍ਰੋਵਾਈਡ ਕਰਦੀ ਹੈ। ਕਿਵੇਂ ਰੈਜ਼ਿਸਟੈਂਸ? ਮਤਲਬ ਜਿਵੇਂ ਇੱਥੇ ਤੁਹਾਨੂੰ ਮੈਂ ਕਿਹਾ ਵੀ Q1 ਚਾਰਜ ਹੈ ਹਨਾ, ਤੁਸੀਂ ਇਹਦੇ ਨਜ਼ਦੀਕ ਇੱਕ ਰੱਖਤਾ ਇੱਥੇ ਚਾਰਜ Q2, ਸਪੋਜ਼ ਕਰੋ ਵੀ ਦੋਨੋਂ ਚਾਰजेस ਪੋਜ਼ਿਟਿਵ ਨੇ ਹਨਾ, ਤਾਂ ਇਹਦੇ ਵਿਚਕਾਰ ਸਪੋਜ਼ ਹੈਗਾ 에ਅਰ, ਮਟੀਰੀਅਲ ਹੈ ਕੋਈ 에ਅਰ, ਠੀਕ ਹੈ। ਤਾਂ ਆਪਾਂ ਨੂੰ ਪਤਾ ਬੱਚੇ ਜਿਹੜਾ Q1 ਚਾਰਜ ਹੈ ਉਹ Q2 ਨੂੰ ਰਿਪੈਲ ਕਰੇਗਾ ਇਨ ਦਿਸ ਡਾਇਰੈਕਸ਼ਨ, ऐदा फोर्स लाऊगा ना, ते Q2 Q1 ते फोर्स लाऊगा इन दिस डायरेक्शन। ਤਾਂ ਜੇ 에ਅਰ ਦੇ ਵਿੱਚ ਮੈਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਕਹਾਂ ਵੀ ਯਾਰ ਐਗਜ਼ਾਮਪਲ ਤੌਰ ਤੇ 10 ਨਿਊਟਨ ਫੋਰਸ ਲੱਗ ਰਹੀ ਹੈ ਐਗਜ਼ਾਮਪਲ ਦੇ ਤੌਰ ਤੇ, ਤਾਂ ਇਹੀ ਚਾਰजेस Q1 Q2 ਸੇਮ Q1 Q2 ਚਾਰजेस ਦੋਨੋਂ ਪੋਜ਼ਿਟਿਵ ਨੂੰ ਜੇ ਤੁਸੀਂ ਕਿਸੇ ਮਟੀਰੀਅਲ ਅਨਦਰ ਮਟੀਰੀਅਲ ਸਪੋਜ਼ ਵਾਟਰ ਦੇ ਵਿੱਚ ਰੱਖ ਦੋ ਤਾਂ ਵੀ ਤਾਂ ਫੋਰਸਿਸ ਲੱਗਣਗੀਆਂ। ਮੰਨ ਲਓ ਕੋਈ ਫੋਰਸ ਲੱਗੀ ਹੈ F1, ਉਨੀ ਫੋਰਸ ਲਾਊਗਾ ਇਧਰੋਂ ਵੀ F1, ਬਟ ਬੱਚੇ ਜਿਹੜੀ ਆ ਫੋਰਸ ਹੈ ਨਾ ਹੁਣ F1 ਇਹ ਪੱਕਾ 10 ਨਿਊਟਨ ਤੋਂ ਘੱਟ ਹੋਊਗੀ। ਇਹ ਸਾਨੂੰ ਕਿੱਥੋਂ ਪਤਾ ਲੱਗਿਆ? ਇਹ ਸਾਨੂੰ ਪਤਾ ਲੱਗਦਾ ਹੈ ਮਟੀਰੀਅਲ ਦੀ ਪਰਮਿਟਿਵਿਟੀ ਤੋਂ। ਮਤਲਬ ਡਿਫਰੈਂਟ ਮਟੀਰੀਅਲਸ ਜਿਹੜੀਆਂ ਇਹਨਾਂ ਦੇ ਵਿਚਕਾਰ ਚਾਰजेस ਦੇ ਵਿਚਕਾਰ ਫੋਰਸਿਸ ਲੱਗਦੀਆਂ ਨੇ ਨਾ, ਉਹਨੂੰ ਰੈਜ਼ਿਸਟੈਂਸ ਪ੍ਰੋਵਾਈਡ ਕਰਦੇ ਆ। ਰੈਜ਼ਿਸਟੈਂਸ ਦਾ ਮਤਲਬ ਹੁੰਦਾ ਰੋਕਣਾ, ਠੀਕ ਹੈ। ਉਹ ਜਿੰਨਾ ਮਟੀਰੀਅਲ ਦਾ ਜਿਹੜਾ ਐਪਸਾਈਲਨ ਹੈ ਜਿੰਨੀ ਇਹਦੀ ਵੈਲਿਊ ਜ਼ਿਆਦਾ ਹੋਊਗੀ ਉਹਨਾਂ ਉਹ ਫੋਰਸਿਸ ਨੂੰ ਘੱਟ ਕਰੂਗਾ। ਦੇਖੋ ਜਿਹੜਾ ਮੈਂ ਫੋਰਸ ਵਾਲਾ ਫਾਰਮੂਲਾ ਲਿਖਿਆ ਸੀਗਾ F is equal to 1/4 pi epsilon naught। ਆ ਦੇਖੋ ਜੀ ਤੁਸੀਂ ਇੱਥੋਂ ਧਿਆਨ ਦਿਓ, ਜਿਹੜੀ ਫੋਰਸ ਹੈ ਤੇ ਜਿਹੜੇ ਐਪਸਾਈਲਨ ਹੈ ਉਹ ਆਪਸ ਚ ਇਨਵਰਸਲੀ ਹੈ। ਇੰਨਾ ਕੁ ਤੁਸੀਂ ਦੇਖੋ 9th ਕਲਾਸ ਚ ਵੀ ਗੱਲ ਸਿੱਖਦੇ ਹੋਗੇ ਕਿ ਇਨਵਰਸਲੀ ਰਿਲੇਸ਼ਨ ਦਾ ਕੀ ਮਤਲਬ ਹੁੰਦਾ ਹੈ। ਮਤਲਬ ਜੇ ਇੱਕ ਦੀ ਵੈਲਿਊ ਵਧੂਗੀ ਤਾਂ ਦੂਸਰੀ ਵੈਲਿਊ ਘਟੂਗੀ। मतलब जे एप्सिलॉन दी वैल्यू बच्चे इंक्रीज होएगी तो डेफिनेटली उन्हां चार्जेस दे विचकार की है फोर्स घटेगी। आ देखो मैं तुहानू थोड़ा जिहा होर क्लीयर करदा। एक आपां एग्जांपल ले लैंदे आ एयर दी, ज्यादा डिटेल च नहीं जावांगे, ठीक है, कंफ्यूजन नहीं क्रिएट करांगे, बस जिन्ना समझ लग जाए मैं उस हिसाब नाल कराऊंगा। मान लो आ चार्ज हैगा बच्चे Q, ठीक है, आ भी पॉजिटिव Q, इन्हां दे विचकार हैगी है एयर ਤੇ ਇਹਨਾਂ ਦਾ ਕੋਈ ਵੈਲਿਊ ਆਪਾਂ ਲਿਖ ਲੈਣੇ ਆ। ਸਪੋਜ਼ ਇਹ ਹੈਗਾ 1 ਮਾਈਕਰੋਕੂਲਮ ਚਾਰਜ ਹੈ ਤੇ ਇਹ ਮੰਨ ਲਓ ਹੈਗਾ ਕੋਈ 2 ਮਾਈਕਰੋਕੂਲਮ ਚਾਰਜ ਹੈ ਤੇ ਇਹਨਾਂ ਦੇ ਵਿਚਕਾਰ ਦਾ ਜਿਹੜਾ ਡਿਸਟੈਂਸ ਹੈ ਸਪੋਜ਼ ਉਹ 1 ਮੀਟਰ ਹੈ, ਠੀਕ ਹੈ ਜੀ। ਇੱਕ ਤਾਂ ਇਹ ਐਗਜ਼ਾਮਪਲ ਹੋ ਗਈ। ਸੇਮ ਅਸੀਂ ਚਾਰਜ ਪੋਜ਼ਿਟਿਵ Q 1 ਮਾਈਕਰੋਕੂਲਮ ਦਾ ਕੰਸੀਡਰ ਕਰ ਰਹੇ ਹਾਂ ਇੱਕ, ਫਿਰ ਦੂਸਰਾ ਚਾਰਜ ਅਸੀਂ 2 ਮਾਈਕਰੋਕੂਲਮ ਦਾ, डिस्टेंस भी सेम है बच्चे 1 मीटर है। बट इत्थे थोड़ा जिहा ਅਸੀਂ ਚੇਂਜ ਕੀ ਕਰਦੇ ਆ, ਅਸੀਂ ਮਟੀਰੀਅਲ ਚੇਂਜ ਕਰਦਾ ਵੀ ਇਹਨਾਂ ਦੋਨਾਂ ਚਾਰजेस ਨੂੰ ਅਸੀਂ ਕਾਦੇ ਵਿੱਚ ਰੱਖਿਆ ਹੋਇਆ? ਵਾਟਰ ਦੇ ਵਿੱਚ ਰੱਖਿਆ ਹੋਇਆ। ਆਪਾਂ ਇਹ ਕਰਦੇ ਹਾਂ 에ਅਰ ਵਾਸਤੇ ਹੋ ਗਿਆ ਐਪਸਾਈਲਨ ਨॉट, ਵਾਟਰ ਵਾਸਤੇ ਹੋ ਗਿਆ ਐਪਸਾਈਲਨ m, m ਸਟੈਂਡਸ ਫॉर ਮੀਡੀਅਮ, ਠੀਕ ਹੈ ਜੀ। ਤਾਂ ਮੈਂ ਤੁਹਾਨੂੰ ਹੁਣ ਕਹਾ ਵੀ ਫੋਰਸਿਸ ਲਿਖੋ ਯਾਰ, ਤਾਂ ਤੁਸੀਂ ਇਹਦੇ ਵਿੱਚ ਫੋਰਸ ਕਿਵੇਂ ਲਿਖੋਗੇ? F 1/4 pi एप्सिलॉन नॉट। एप्सिलॉन नॉट की है परमिटिविटी फ्री स्पेस मतलब एयर, ਤਾਂ ਤੁਸੀਂ ਇੱਥੇ F0 ਵੀ ਲਿਖ ਸਕਦੇ ਹੋ। ਇਨਟੂ ਕੀ ਲਿਖੋਗੇ ਤੁਸੀਂ? Q1 Q2, Q1 ਕਿੰਨਾ ਹੈ 1 ਮਾਈਕਰੋ, ਮਤਲਬ ਮਾਈਕਰੋ ਮਤਲਬ 10 ਦੀ ਪਾਵਰ -6, ਇੱਥੇ ਕਿੰਨਾ ਆ ਜਾਊਗਾ 2 × 10 ਦੀ ਪਾਵਰ -6 ਅਪਨ 1 ਦਾ ਕੀ ਹੋਊਗਾ ਸਕੁਅਰ ਮਤਲਬ 1। ਤਾਂ F0 ਕਿੰਨੀ ਆ ਗਈ? ਇਹ ਆ ਗਈ ਬੱਚੇ 2 × 10 ਦੀ ਪਾਵਰ -12। ਦੇਖੋ ਬੇਸ ਸੇਮ ਹੋਵੇ ਤਾਂ ਪਾਵਰਾਂ ਹੋ ਜਾਂਦੇ ਨੇ ਐਡ, अपॉन की हो गया 4 pi एप्सिलॉन नॉट। दिस इज इक्वेशन नंबर 1। अच्छा जे ही ਆਪਾਂ ਇੱਧਰ ਕੰਮ ਕਰੀਏ ਮੀਡੀਅਮ ਦੇ ਵਿੱਚ,
ਤਾਂ ਦੇਖੋ 1 ਬਾਈ ਕੀ ਆਊਗਾ 4 ਪਾਈ, ਇੱਥੇ ਆਊਗਾ ਐਪਸਾਈਲਨ m, ਹੁਣ ਇੱਥੇ ਨੋਟ ਨਹੀਂ ਹੁੰਦਾ, ਇੱਥੇ ਆਊਗਾ ਮੀਡੀਅਮ। ਅੱਛਾ ਵੈਲਿਊ ਕਿੰਨੀ ਹੈ 10 ਦੀ ਪਾਵਰ -6, ਇੱਥੇ ਕਿੰਨਾ ਹੈ 2 into 10 ਦੀ ਪਾਵਰ -6 ਅਪੋਨ ਕੀ ਆ ਗਿਆ 1 ਦਾ ਸਕੁਅਰ। ਤਾਂ ਮੀਡੀਅਮ ਦੇ ਵਿੱਚ ਇਹਨੂੰ ਜਦੋਂ ਸੋਲਵ ਕਰਾਂਗੇ ਤਾਂ ਇਹ ਬਣ ਗਿਆ 2 into 10 ਦੀ ਪਾਵਰ -12 ਅਪੋਨ ਕੀ ਹੋ ਗਿਆ 4 ਪਾਈ ਐਪਸਾਈਲਨ m। ਦਿਸ ਇਜ਼ ਇਕੁਏਸ਼ਨ ਨੰਬਰ 2। ਹੁਣ ਮੈਂ ਕੀ ਕਰਦਾ ਬੱਚੇ, ਦੋਨਾਂ ਇਕੁਏਸ਼ਨਸ ਨੂੰ ਮੈਂ ਡਿਵਾਈਡ ਕਰਦਾ 1 ਡਿਵਾਈਡ ਬਾਈ 2, ਕਿਉਂਕਿ ਅਸੀਂ ਕੰਪੈਰੀਜ਼ਨ ਦੇਖਣਾ ਇਹਨਾਂ ਦਾ। ਤਾਂ ਮੈਂ ਕੀ ਕਰੂੰਗਾ, ਇਧਰ f0 ਬਾਈ fm ਆ ਜਾਊਗਾ, ਇਸ ਸਾਈਡ ਦੇਖੋ ਕੀ ਆਊਗਾ 2 into 10 ਦੀ ਪਾਵਰ -12 ਅਪੋਨ ਕੀ ਹੈ 4 ਪਾਈ ਐਪਸਾਈਲਨ ਨॉट। ਹੁਣ ਦੇਖੋ ਜਿਹੜੀ ਟਰਮ ਡਿਵਾਈਡ ਹੋਊਗੀ ਉਹ क्रॉस ਮਲਟੀਪਲਾਈ ਹੋ ਜਾਊਗੀ, ਮਤਲਬ ਡਿਨੋਮੀਨੇਟਰ ਦਾ ਉੱਪਰ ਜਾ ਕੇ ਕੀ ਹੋ ਜਾਊਗਾ ਡਿਨੋਮੀਨੇਟਰ, ਡਿਨੋਮੀਨੇਟਰ ਕੀ ਬਣ ਜਾਊਗਾ ਡਿਨੋਮੀਨੇਟਰ। ਤਾਂ ਇਹਨੂੰ ਜਦੋਂ ਅਸੀਂ ਰੈਸੀਪ੍ਰੋਕਲ ਸਾਈਡ ਕਰਾਂਗੇ 4 ਪਾਈ ਕੀ ਬਣ ਜਾਊਗਾ ਐਪਸਾਈਲਨ m ਅਪੋਨ ਕੀ ਆ ਗਿਆ 2 into 10 ਦੀ ਪਾਵਰ -12। ਆ ਦੇਖੋ ਇਹ ਕੈਂਸਲ ਹੋ ਗਿਆ, 4 ਪਾਈ ਨਾਲ 4 ਪਾਈ ਕੈਂਸਲ ਹੋ ਗਿਆ, ਇਹ ਬੱਚੇ ਕਾਦੇ ਬਰਾਬਰ ਆ ਗਿਆ ਐਪਸਾਈਲਨ m ਬਾਈ ਐਪਸਾਈਲਨ ਨॉट। ਹੁਣ ਜਿਹੜੀ ਇਹ ਟਰਮ ਡਿਫਾਈਨ ਹੋਈ ਹੈ ਨਾ, ਮੈਂ ਦੁਬਾਰਾ ਇੱਥੇ ਲਿਖ ਰਿਹਾ f0 ਬਾਈ fm, मतलब फोर्स इन फ्री स्पेस अपॉन फोर्स इन मीडियम इज इक्वल टू क्या गया परमिटिविटी फॉर अ मीडियम अपॉन परमिटिविटी फॉर अ फ्री स्पेस। ए इक्वल होता बच्चे कैपिटल के दे, कैपिटल के। व्हाट इज कैपिटल के? दिस इज कॉल्ड डाइलेक्ट्रिक कांस्टेंट। जिन्होंने एडवांस पढ़ना उन्होंने वास्ते आज का यह टॉपिक बड़ा ही इंपॉर्टेंट है, डाइलेक्ट्रिक कांस्टेंट। ए डाइलेक्ट्रिक कांस्टेंट दी वैल्यू ਤੁਹਾਨੂੰ डिफरेंट मटीरियल वास्ते इंटरनेट तो भी मिल जाएगी, बुक्स ਦੇ ਵਿੱਚ ਵੀ ਮਿਲ ਜਾਊਗੀ। ਜਿਵੇਂ ਆਪਾਂ ਦੇਖੋ ਗੱਲ ਕੀਤੀ ਹੈ ਵਾਟਰ ਦੀ, ਫॉर ਵਾਟਰ ਜਿਹੜਾ ਡਾਇਲੈਕਟ੍ਰਿਕ ਕਾਂਸਟੈਂਟ k ਹੈ ਬੱਚੇ, ਇਹਦੀ ਵੈਲਿਊ 1 ਹੁੰਦੀ ਹੈ, ਸੌਰੀ 81 ਜਾਂ ਕਈ ਬੁక్స్ ਦੇ ਵਿੱਚ ਨਾ ਤੁਹਾਨੂੰ ਅਪਰੋਕਸੀਮੇਟ ਕਰਕੇ 80 ਵੀ ਦਿੱਤੀ ਹੋਊਗੀ, ਠੀਕ ਹੈ। ਤਾਂ ਜੇ ਆਪਾਂ ਇਸ ਵੈਲਿਊ ਨੂੰ ਇੱਥੇ ਪੁੱਟ ਕਰੀਏ ਤਾਂ ਅਸੀਂ ਕੀ ਸਮਝਾਂਗੇ, ਦੇਖੋ f0 ਬਾਈ fm is equal to, देखो f0 by fm कादे बराबर है एप्सिलॉन m by एप्सिलॉन नॉट दे बराबर है, ते वो कादे बराबर है k दे भी। फिर मैं डायरेक्टली k दे बराबर लिख सकदा, k दी वैल्यू कितनी है 81। ਇਹਦਾ मतलब बच्चे फोर्स इन मीडियम इज इक्वल टू ਕੀ ਆ ਗਿਆ फोर्स इन एयर अपॉन 81। अच्छा मीडियम ਕਿਹੜਾ ਹੋ ਗਿਆ, ਹੁਣ ਅਸੀਂ ਕਿਹੜਾ ਯੂਜ਼ ਕਰ ਰਹੇ ਹਾਂ ਵਾਟਰ, ਤਾਂ ਇਹਨੂੰ ਮੈਂ ਕੀ ਲਿਖ ਸਕਦਾ फोर्स इन वाटर इज 1 by 80 टाइम्स ऑफ की हो गया फोर्स इन अ फ्री स्पेस। आ देखो ਹੁਣ ਇੱਥੇ ਦੇਖੋ ਇਹਦਾ ਮਤਲਬ 에ਅਰ ਦੇ ਵਿੱਚ ਫੋਰਸ ਜ਼ਿਆਦਾ ਸੀ ਪਰ ਵਾਟਰ ਦੇ ਵਿੱਚ ਕਿੰਨੇ ਟਾਈਮਸ ਘਟ ਗਈ 1 by 81 ਟਾਈਮਸ ਫੋਰਸ ਡਿਕਰੀਜ਼ ਹੋ ਗਈ। ਤਾਂ ਇਸ ਤਰੀਕੇ ਨਾਲ ਡਾਇਲੈਕਟ੍ਰਿਕ ਕਾਂਸਟੈਂਟ ਹੈ ਜਿਹੜਾ k, ਉਹਨੂੰ ਕਿਵੇਂ ਡਿਫਾਈਨ ਕਰਦਾ, ਇਟ ਇਜ਼ ਡਿਫਾਈਨਡ ਐਜ਼ ਦੀ ਰੇਸ਼ੋ ਆਫ ਫੋਰਸ ਇਨ ਅ ਫ੍ਰੀ ਸਪੇਸ ਟੂ ਦੀ ਫੋਰਸ ਇਨ ਅ ਮੀਡੀਅਮ। ਤਾਂ ਜੇ ਤੁਹਾਨੂੰ ਡਾਇਲੈਕਟ੍ਰਿਕ ਕਾਂਸਟੈਂਟ ਦੀ ਨੌਲੇਜ ਹੈ ਤਾਂ ਤੁਸੀਂ ਇਹ ਫਾਈਂਡ ਕਰ ਸਕਦੇ ਹੋ ਕਿ ਕਿਸੇ ਮਟੀਰੀਅਲ ਦੇ ਵਿੱਚ ਦੋ ਚਾਰजेस ਦੇ ਵਿਚਕਾਰ ਫੋਰਸ ਵਧੇਗੀ ਜਾਂ ਘਟੇਗੀ, ਠੀਕ ਹੈ। ਜੇ ਮੈਂ ਇਹੀ ਗੱਲ ਤੁਹਾਨੂੰ ਗੱਲ ਕਰਾਂ ਫॉर 에ਅਰ, ਤਾਂ 에ਅਰ ਵਾਸਤੇ ਵਿੱਚ ਜਿਹੜੀ k ਦੀ ਵੈਲਿਊ 1 ਹੁੰਦੀ ਹੈ। ਤਾਂ ਦੇਖੋ ਆਪਣੇ ਕੋਲੇ ਕੀ ਹੈ f0 by fm is equal to ਕੀ ਹੋਗਾ ਫਿਰ 1 ਆਊਗਾ, ਇਹਦਾ ਮਤਲਬ f0 is equal to ਕੀ ਆ ਜਾਊਗਾ fm ਆ ਜਾਊਗਾ। ਇਹਦਾ ਮਤਲਬ ਕਿ ਫਿਰ ਫੋਰਸਿਸ ਸੇਮ ਹੀ ਰਹਿਣਗੀਆਂ, ਠੀਕ ਹੈ। ਜੇ ਤੁਸੀਂ ਐਪਸਾਈਲਨ ਨਾਲ ਕੰਪੇਅਰ ਕਰਨਾ, ਐਪਸਾਈਲਨ ਨਾਲ ਵੀ ਕੰਪੇਅਰ ਕਰ ਸਕਦੇ ਹੋ। ਦੇਖੋ ਐਪਸਾਈਲਨ m by ਐਪਸਾਈਲਨ ਨॉट k ਦੇ ਬਰਾਬਰ ਸੀ, k ਦੀ ਵੈਲਿਊ 1 ਹੈ, ਇਹਦਾ ਮਤਲਬ ਇਹ ਦੋਨੋਂ ਫਿਰ ਕੀ ਹੋਣਗੇ ਬਰਾਬਰ ਹੋਣਗੇ। ਤੇ ਇਹ ਵੈਲਿਊ ਮੈਂ ਤੁਹਾਨੂੰ ਕਿੰਨੀ ਦੱਸੀ ਸੀ 8.85 into 10 ਦੀ ਪਾਵਰ -12, ਠੀਕ ਹੈ ਜੀ। अच्छा इस तो बाद देखो जो वाटर ਦੇ ਕੇਸ ਦੇ ਵਿੱਚ ਅਸੀਂ ਇਹਨੂੰ ਕੰਪੇਅਰ ਕਰੀਏ, ਵਾਟਰ ਦੇ ਕੇਸ ਦੇ ਵਿੱਚ ਜੇ ਮੈਂ ਐਪਸਾਈਲਨ ਨੂੰ ਕੰਪੇਅਰ ਕਰਾਂ ਤਾਂ ਐਪਸਾਈਲਨ ਫॉर ਵਾਟਰ ਅਪਨ ਐਪਸਾਈਲਨ ਨॉट ਇਜ਼ ਇਕੁਅਲ ਟੂ 81। ਐਪਸਾਈਲਨ ਵਾਟਰ ਕੀ ਹੋਊਗਾ 81 ਟਾਈਮਸ ਆਫ ਕੀ ਹੋ ਜਾਊਗਾ ਐਪਸਾਈਲਨ ਨॉट। ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾਗਾ ਕਿ ਜਿਵੇਂ ਜਿਵੇਂ ਤੁਸੀਂ ਮਟੀਰੀਅਲ ਚੇਂਜ ਕਰਦੇ ਜਾਓਗੇ, ਇਹ ਜਿਹੜਾ ਐਪਸਾਈਲਨ ਹੈ ਨਾ ਮਟੀਰੀਅਲ ਦੀ ਜਿਹੜੀ ਪ੍ਰੋਪਰਟੀ ਹੈ, ਜਿਹੜਾ ਮਟੀਰੀਅਲ ਦਾ ਰੈਜ਼ਿਸਟੈਂਸ ਹੈ ਉਹ ਇਨਕਰੀਜ਼ ਹੁੰਦਾ ਜਾਊਗਾ। ਜਿੰਨਾ ਜ਼ਿਆਦਾ ਇਹ ਇਨਕਰੀਜ਼ ਹੋਊਗਾ ਤੁਸੀਂ ਦੇਖ ਰਹੇ ਹੋ ਉਨੀ ਫੋਰਸ ਕੀ ਹੋਊਗੀ ਡਿਕਰੀਜ਼ ਹੋਊਗੀ। ਦਿਸ ਇਜ਼ ਦਾ ਮੇਨ ਕਨਸੈਪਟ। ਇਸੇ ਕਰਕੇ ਅਸੀਂ ਕਹਿੰਦੇ ਆ ਜਿਹੜੀ ਫੋਰਸ ਹੈ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਐਪਸਾਈਲਨ। ਦੇਖੋ ਜੀ ਕਲੀਅਰ ਹੋਇਆ ਬੱਚੇ ਇੰਨੀ ਗੱਲ।
ਸਾਰਿਆਂ ਨੂੰ ਤਾਂ ਮੈਂ ਉਮੀਦ ਨਹੀਂ ਕਰਦਾ ਵੀ ਸਾਰਿਆਂ ਨੂੰ ਮਤਲਬ ਜਾਨੀ ਕਿ ਸਮਝ ਲੱਗ ਗਿਆ ਹੋਊਗਾ, ਬਟ ਜੇ ਤੁਹਾਡੇ ਚੋਂ ਬਹੁਤ ਸਾਰੇ ਕਈ ਸਟੂਡੈਂਟਸ ਨੂੰ ਵੀ ਇਹ ਗੱਲ ਪਤਾ ਲੱਗ ਗਈ ਅੱਜ ਵਾਲੇ ਟੌਪਿਕ ਦੀ, ਤਾਂ ਮੈਨੂੰ ਲੱਗਦਾ ਵੀ ਇਹ ਬਹੁਤ ਵਧੀਆ ਗੱਲ ਹੈ। ਬਾਕੀ ਜੇ ਕਿਸੇ ਦੇ ਦਿਮਾਗ ਦੇ ਵਿੱਚ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ, ਫਿਰ ਹੀ ਆਪਾਂ ਅੱਗੇ ਚੱਲਾਂਗੇ। ਸਰ is k is equal to 1 when fm is equal to a? ਹਾਂਜੀ ਬਿਲਕੁਲ ਬਿਲकुल ਬੱਚੇ, ਬਿਲकुल ਜਦੋਂ ਫੋਰਸ ਮੀਡੀਅਮ ਦੇ ਬਰਾਬਰ ਹੋ ਗਿਆ ਨਾ, ਤਾਂ ਉਹਦਾ ਮਤਲਬ k ਦੀ ਵੈਲਿਊ ਕਿੰਨੀ ਹੋਗੀ, 1 ਹੋ। ਹਾਂਜੀ ਹਾਂਜੀ ਹੋਰ ਪੁੱਛੋ ਜੀ, ਇਸ ਦਾ ਕੋਈ ਡਾਊਟ ਹੈਗਾ ਤਾਂ। Sir, from here we can go guess that water is 81 times better conductor than air. Sir, from here we can guess that water is 81 times better conductor than air. Water is a conductor. Sorry, एक मिनट बच्चे लाइट चल गई, एक मिनट। Sir, from here we can guess that water is 81 times better conductor than air. देखो ਇਹਦੇ ਵਿੱਚ ਤਾਂ ਆਪਾਂ ਇਹ ਬੱਚੇ ਸੋਚਿਆ, ਆਪਾਂ ਨੂੰ ਇਥੋਂ ਇਹ ਪਤਾ ਲੱਗਿਆ ਵੀ ਜਿਹੜੀ ਫੋਰਸ ਉਹ ਡਿਕਰੀਜ਼ ਹੋ ਗਈ ਹੈ ਨਾ, ਉਹਦੇ ਵਿੱਚ ਫੋਰਸਿਸ ਘੱਟ ਲੱਗ ਰਹੀਆਂ ਨੇ, ਤੇ ਇਹਦਾ ਕੰਡਕਟਰ ਹੋਣਾ ਨਾ ਹੋਣਾ ਉਹ ਤਾਂ ਆਪਾਂ ਉਹਦੀ ਆਇਓਨਾਈਜੇਸ਼ਨ ਤੇ ਡਿਪੈਂਡ, ਆਪਾਂ ਕਹਿੰਦੇ ਵੀ ਉਹਦੇ ਵਿੱਚ ਜਿਹੜੇ ਵਾਟਰ ਦੇ ਵਿੱਚ ਕੀ ਆਇਨਸ ਹੁੰਦੇ ਆ ਨਾ, ਆਪਾਂ ਉੱਥੋਂ ਦੇਖਦੇ ਆ ਵੀ ਇਹਦੇ ਵਿੱਚ ਤਾਂ ਆਪਣੇ ਕੋਲ ਇਹ ਹੋ ਗਿਆ ਨਾ ਫੋਰਸਿਸ ਘਟ ਗਈਆਂ। ਹਾਂ ਸਰ ਫਰੋਮ ਹਰਪ੍ਰਤੀਕ ਜਿੱਥੋਂ ਤੱਕ ਮੈਂ ਸੋਚ ਰਿਹਾ ਨਾ, ਐਵੇਂ ਦਾ ਕੁਝ ਤਾਂ ਨਹੀਂ ਹੈਗਾ ਜੀ, ਠੀਕ ਹੈ। ਆਪਾਂ ਇਲੈਕਟ੍ਰੋਸਟੈਟਿਕ ਫੋਰਸਿਸ ਦੀ ਹਰੇ ਗੱਲ ਕਰਦੇ ਆ, ਠੀਕ ਹੈ ਵੀ ਇਲੈਕਟ੍ਰੋਸਟੈਟਿਕ ਫੋਰਸਿਸ ਆਪਾਂ ਇਹ ਪੜ ਲਿਆ ਸਰ, ਬਟ ਪ੍ਰੈਕਟੀਕਲੀ ਵਾਈ ਦੇ ਡਿਕਰੀਜ਼ਸ ਬਿਕੋਜ਼ ਆਫ ਰੈਜ਼ਿਸਟੈਂਸ। देखो हर एक मटीरियल ਦੀ ਇੱਕ ਆਪਣੀ ਆਪਣੀ ਬਣਾਵਟ ਹੈ ਹਨਾ, ਤਾਂ ਉਹਦਾ ਇੱਕ ਨੇਚਰ ਹੁੰਦਾ ਹੈ, ਕਿਸੇ ਨੂੰ ਕੋਈ ਅਪੋਜ਼ ਕਰਨਾ ਹਨਾ, ਕਿਸੇ ਨੂੰ ਕੋਈ ਅਟਰੈਕਟ ਕਰਨਾ, ਉਹ ਮਟੀਰੀਅਲ ਦੀ ਪ੍ਰੋਪਰਟੀਜ਼ ਨੂੰ ਅਸੀਂ ਸਟੱਡੀ ਕਰਦੇ ਹਾਂ। ਹਾਂ ਠੀਕ ਹੈ ਜੀ ਬਿਲਕੁਲ। ਬਾਕੀ ਮੈਂ ਤੁਹਾਡੀ ਇਹ ਗੱਲ ਜ਼ਰੂਰ ਮੈਂ ਦੁਬਾਰਾ ਨੋਟ ਕਰੂੰਗਾ, ਠੀਕ ਹੈ। ਮੈਨੂੰ ਐਕਚੁਅਲੀ ਨਾ ਹਜੇ ਵੀ ਪ੍ਰੋਪਰ ਤੁਹਾਡਾ ਇਹ ਕੁਐਸਚਨ ਸਮਝ ਨਹੀਂ ਲੱਗਿਆ ਹੈਗਾ, ਕੋਈ ਗੱਲ ਨਹੀਂ, ਮੈਂ ਦੁਬਾਰਾ ਦੇਖੂੰਗਾ ਵੀ ਆਪਾਂ ਇਦਾਂ ਕੋਈ ਜੋੜ ਸਕਦੇ ਹਾਂ ਇਸ ਚੀਜ਼ ਨੂੰ। ਹਾਂ ਠੀਕ ਹੈ ਜੀ, ਓਕੇ। ਲਓ ਜੀ, ਇਹ ਥੋੜਾ ਜਿਹਾ ਮੈਂ ਤੁਹਾਨੂੰ ਅੱਜ ਐਡਵਾਂਸ ਥੋੜਾ ਜਿਹਾ ਕਨਸੈਪਟ ਦੱਸਣਾ ਸੀਗਾ ਜੀ, ਠੀਕ ਹੈ, ਜਿਹੜਾ ਮੈਂ ਦੱਸਿਆ। ਹੁਣ ਇਹਦੇ ਵਿੱਚੋਂ ਦੇਖੋ 10th ਕਲਾਸ ਦੇ ਜਿਹੜੇ ਬੋਰਡ ਦੇ ਕਲਾਸ ਦੇ ਵਿੱਚ ਹੈ ਨਾ, ਉਹਦੇ ਵਿੱਚ ਐਵੇਂ ਦਾ ਕੋਈ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਨਹੀਂ ਆਊਗਾ, ਠੀਕ ਹੈ। ਹੁਣ ਅਸੀਂ ਚੱਲਦੇ ਹਾਂ ਮੇਨ ਚੈਪਟਰ ਵੱਲ। ਬੇਸਿਕ ਬਹੁਤ ਕਰਵਾਤਾ ਮੈਂ, ਠੀਕ ਹੈ। ਜੇ ਕਿਸੇ ਨੇ ਹੋਰ ਵੀ ਕੁਝ ਇਹਦੇ ਵਿੱਚ ਸਮਝਣਾ ਹੋਇਆ ਤਾਂ ਮੈਨੂੰ ਹੋ ਕੀ ਇਹ ਮੈਸੇਜ ਕਰ ਦੇ ਰਹੇ ਹੋ, ਮੈਂ ਤੁਹਾਨੂੰ ਉਹ ਵੀ ਦੱਸ ਦੂੰਗਾ, ਠੀਕ ਹੈ। Sir, but electrostatic is a study of charge at rest, but conductor always follow of charges. So, sir, are not these? नहीं बच्चे देखो, इलेक्ट्रोस्टैटिक ਆਪਾਂ ਕਹਿੰਦੇ ਵੀ ਇੱਕ ਬ੍ਰਾਂਚ ਹੈ ਜਿਹੜੀ ਕੀ ਹੈ, ਜਦੋਂ ਬੋਡੀਜ਼ ਐਟ ਰੈਸਟ ਹੁੰਦੀਆਂ ਨੇ ਉਹਨੂੰ ਸਟੱਡੀ ਕਰਦੇ ਆ ਆਪਾਂ। ਕਿਤੇ ਵੀ ਦੇਖੋ ਐਵੇਂ ਨਹੀਂ ਕਹਿ ਰਹੇ ਵੀ ਬੋਡੀ ਚੱਲ ਰਹੀ ਹੈ, ਆਪਾਂ ਇਹ ਤਾਂ ਨਹੀਂ ਬੋਲਿਆ ਵੀ ਚਾਰਜਡ ਬੋਡੀ ਚੱਲ ਰਹੀ ਹੈ, ਆਪਾਂ ਕਿਤੇ ਇਹ ਨਹੀਂ ਬੋਲਿਆ ਵੀ ਕਰੰਟ ਚੱਲ ਰਿਹਾ, ਨਹੀਂ। ਅਸੀਂ ਤਾਂ ਸਿਰਫ ਇਹ ਕਿਹਾ ਵੀ ਚਾਰਜ ਬੋਡੀਜ਼ ਨੇ, ठीक है, still they are at rest. What is the force between them? Is it attractive or repulsive? ਅਸੀਂ ਸਿਰਫ ਉਹ ਫੋਰਸਿਸ ਬਾਰੇ ਗੱਲ ਕਰ ਰਹੇ ਹਾਂ, ਕਿਤੇ ਵੀ ਅਸੀਂ ਇਹ ਨਹੀਂ ਕਿਹਾ ਵੀ ਇੱਕ ਬੋਡੀ ਚੱਲ ਰਹੀ ਹੈ, ਠੀਕ ਹੈ, ਉਹਦੇ ਨਾਲ ਕੀ ਹੋਊਗਾ, ਜਾਂ ਅਸੀਂ ਇਹ ਨਹੀਂ ਬੋਲਿਆ ਵੀ ਇੱਕ ਚਾਰਜ ਜਦੋਂ ਚੱਲੂਗਾ ਤਾਂ ਕੀ ਹੋਊਗਾ। ਇਹ ਗੱਲਾਂ ਅਸੀਂ ਪੜ੍ਹਨੀਆਂ ਨੇ, ਦੈਟ ਮੀਨਸ ਉਦੋਂ ਅਸੀਂ ਇਲੈਕਟ੍ਰੋਡਾਇਨਾਮਿਕਸ ਪੜਾਂਗੇ, ਉਹ ਇਲੈਕਟ੍ਰੋਸਟੈਟਿਕ ਦਾ ਪਾਰਟ ਨਹੀਂ ਹੋਏਗਾ। ਕਲੀਅਰ ਜਪ੍ਰੀਤ? ਹਾਂ ਵੈਰੀ ਗੁੱਡ। ਹਾਂਜੀ ਚਲੋ, ਹੁਣ ਅਸੀਂ ਤੁਹਾਡੇ ਚੈਪਟਰ ਤੇ ਆਉਣਾ ਜੀ ਇਲੈਕਟ੍ਰਿਸਿਟੀ ਤੇ, ਜਿਹਦੇ ਵਿੱਚ ਜਿਹੜੀ ਫਸਟ ਡੈਫੀਨੇਸ਼ਨ ਆਉਂਦੀ ਹੈ ਕਰੰਟ। ਬਹੁਤ ਦਿਨ ਹੋ ਗਏ ਆਪਾਂ
ਚਾਰਜ ਨੂੰ ਐਟ ਰੈਸਟ ਹੀ ਰੱਖਿਆ ਹੋਇਆ ਸੀਗਾ, ਹੁਣ ਟਾਈਮ ਆ ਗਿਆ ਕਿ ਅਸੀਂ ਚਾਰਜ ਨੂੰ ਮੂਵ ਕਰਾਈਏ। ਤਾਂ ਬੱਚੇ ਕਰੰਟ ਬਾਰੇ ਮੈਂ ਤੁਹਾਨੂੰ ਸਟਾਰਟਿੰਗ 'ਚ ਹੀ ਕਿਹਾ ਸੀਗਾ, ਕਰੰਟ ਦਾ ਮਤਲਬ ਹੁੰਦਾ ਫਲੋ ਆਫ ਚਾਰजेस, ਫਲੋ ਆਫ ਚਾਰजेस। in a unit time ਲਿਖ ਲਓ, in a unit time, ਜਾਂ ਇਹਦੀ ਹੋਰ ਡੈਫੀਨੇਸ਼ਨ ਤੁਸੀਂ ਲਿਖ ਸਕਦੇ ਹੋ, rate of flow of free electrons is called electric current। ਤੁਸੀਂ ਐਦਾਂ ਵੀ ਬੋਲ ਸਕਦੇ ਹੋ, ਜਿਹੜੀ ਵੀ ਡੈਫੀਨੇਸ਼ਨ ਤੁਹਾਨੂੰ ਵਧੀਆ ਲੱਗੇ ਤੁਸੀਂ ਉਹ ਲਿਖ ਸਕਦੇ ਹੋ। ਹੁਣ ਦੇਖੋ, ਮੰਨ ਲਓ ਤੁਹਾਡੇ ਕੋਲ ਇਹ ਕੰਡਕਟਰ ਹੈ। ਹੁਣ ਕੰਡਕਟਰ ਬਾਰੇ ਤਾਂ ਤੁਸੀਂ ਸਭ ਨੇ ਪੜਿਆ ਹੋਇਆ ਵੀ ਕੰਡਕਟਰ ਹੁੰਦਾ ਕੀ ਹੈ। ਕੰਡਕਟਰ ਕੀ ਹੈ, ਜਿਹਦੇ ਵਿੱਚ ਕੀ ਹੁੰਦੇ ਨੇ, ਫ੍ਰੀ ਇਲੈਕਟ੍ਰੋਨ, ਜਿਨ੍ਹਾਂ 'ਚ ਕੰਡਕਸ਼ਨ ਕੀ ਹੈ ਪੋਸੀਬਲ ਹੈ। ਮੰਨ ਲਓ ਇਹ ਕੰਡਕਟਰ ਹੈ, ਇਹਦੇ ਵਿੱਚ ਕੀ ਹੈ, ਬਹੁਤ ਸਾਰੇ ਮੰਨ ਲਓ ਕੀ ਹੈ ਫ੍ਰੀ ਇਲੈਕਟ੍ਰੋਨਸ ਨੇ। ਜਦੋਂ ਬੱਚੇ ਫ੍ਰੀ ਇਲੈਕਟ੍ਰੋਨਸ ਇੱਕ ਪਾਰਟਿਕੂਲਰ ਡਾਇਰੈਕਸ਼ਨ ਦੇ ਵਿੱਚ ਮੂਵ ਕਰਨਾ ਸਟਾਰਟ ਕਰ ਦਿੰਦੇ ਨੇ, ਤਾਂ ਉਦੋਂ ਅਸੀਂ ਬੋਲਦੇ ਹਾਂ ਕਿ ਇਸ ਕੰਡਕਟਰ ਦੇ ਵਿੱਚ ਕੀ ਫਲੋ ਕਰ ਰਿਹਾ, ਕਰੰਟ ਫਲੋ ਕਰ ਰਿਹਾ। ਮੰਨ ਲਓ ਇਹ ਸਾਰੇ ਇਲੈਕਟ੍ਰੋਨਸ ਤੇ ਜੋ ਚਾਰਜ ਹੈ ਉਹ Q ਹੈ। ਕੁਆਂਟਾਈਜੇਸ਼ਨ ਦਾ ਮੈਥਡ ਪੜ੍ਹਨਾ, Q = Ne। ਜੇ ਤੁਹਾਨੂੰ ਨੰਬਰ ਆਫ ਫ੍ਰੀ ਇਲੈਕਟ੍ਰੋਨਸ ਜਿਹਦੇ ਵਿੱਚ ਪਤਾ ਕੰਡਕਟਰ 'ਚ ਕਿੰਨੇ ਨੇ, ਇੱਕ ਇਲੈਕਟ੍ਰੋਨ ਦੇ ਤੁਹਾਨੂੰ ਚਾਰਜ ਪਤਾ, ਤਾਂ ਤੁਸੀਂ ਟੋਟਲ ਚਾਰਜ ਕੀ ਹੈ ਫਾਈਂਡ ਆਊਟ ਕਰ ਸਕਦੇ ਹੋ। ਤਾਂ ਜਿਹੜਾ ਕਰੰਟ ਹੈ, ਕਰੰਟ ਕੀ ਕਹਿੰਦਾ ਹੈ ਕਿ ਰੇਟ ਆਫ ਫਲੋ ਆਫ ਚਾਰजेस is known as current, is known as current। 1 ਸੈਕਿੰਡ ਦੇ ਵਿੱਚ ਕਿੰਨੇ ਚਾਰजेस ਫਲੋ ਕਰਨਗੇ, that is known as current। ਫਿਰ ਇਹਦੀ ਗੱਲ ਆ ਜਾਂਦੀ ਬੱਚੇ SI ਯੂਨਿਟ, ਕਿ ਇਹਨੂੰ ਅਸੀਂ ਮੈਜ਼ਰ ਕਾਦੇ ਵਿੱਚ ਕਰਦੇ। ਤਾਂ SI ਯੂਨਿਟ ਇਹਦੀ ਹੈ ਕਿ ਦੇਖੋ, ਚਾਰਜ ਦੀ ਹੈਗੀ ਕੂਲਮ, ਟਾਈਮ ਦੀ ਹੈਗੀ ਸੈਕਿੰਡ, ਤੇ ਇਹਦੇ ਕੂਲਮ ਸੈਕਿੰਡ ਯੂਨਿਟ ਨੇ, ਕੂਲਮ ਪਰ ਸੈਕਿੰਡ। ਔਰ ਇਹਨੂੰ ਤੁਸੀਂ ਅੰਪੀਅਰ ਵੀ ਬੋਲ ਸਕਦੇ ਹੋ, ਕਿਉਂਕਿ ਜਿਹਨੇ ਇਹਦੇ ਤੇ ਕੰਮ ਕੀਤਾ ਉਹਦਾ ਨਾਮ, ਸਾਇੰਟਿਸਟ ਦਾ ਨਾਮ ਸੀ ਅੰਪੀਅਰ। ਤੇ ਅੰਪੀਅਰ ਦਾ ਜਦੋਂ ਨਾਮ ਲਿਖੋਗੇ ਤਾਂ A ਛੋਟੀ ਆਊਗੀ। ਅਗਰ ਤੁਸੀਂ ਸਿੰਬਲ ਲਿਖਣਾ ਹੈ ਤਾਂ ਸਿੰਬਲ ਵਾਈਜ਼ ਤੁਸੀਂ ਕੈਪੀਟਲ A ਲਿਖੋਗੇ, ਠੀਕ ਹੈ ਜੀ। ਕਈ ਬੱਚੇ ਐਵੇਂ ਲਿਖਦੇ ਨੇ ਅੰਪੀਅਰ, ਤਾਂ ਇਹ ਲੌਜੀਕਲੀ ਇਹ ਗਲਤ ਹੈ ਜੀ, ਠੀਕ ਹੈ। ਮਤਲਬ +1 ਦੀ ਫਿਜ਼ਿਕਸ ਦੇ ਵਿੱਚ ਅਸੀਂ ਗੱਲ ਪੜ੍ਹਦੇ ਆ ਕਿ ਜਿਹੜੇ ਯੂਨਿਟਸ ਕਿਸੇ ਸਾਇੰਟਿਸਟ ਦੇ ਨਾਮ ਤੇ ਕੀ ਹੈ ਬਣਦੇ ਆ, ਉਹਨਾਂ ਦਾ ਜਿਹੜਾ ਫਸਟ ਲੈਟਰ ਉਹ ਸਮਾਲ ਹੁੰਦਾ ਹੈ, ਤੇ ਜਿਹੜੇ ਉਹਨਾਂ ਦੇ ਸਿੰਬਲਸ ਨੇ ਉਹ ਕੈਪੀਟਲ ਹੁੰਦੇ ਨੇ। ਫਿਰ ਉਸ ਤੋਂ ਬਾਅਦ ਆ ਜਾਂਦਾ ਵੀ ਜਿਹੜੀ ਕਰੰਟ ਹੈ, ਇਟ ਇਜ਼ ਅ scalar quantity, it is a scalar quantity, ਠੀਕ ਹੈ ਜੀ। ਹਾਂ, ਹੁਣ ਇਹ 10th ਕਲਾਸ ਦਾ ਲੈਵਲ ਹੈ, ਠੀਕ ਹੈ ਵੀ। ਕਰੰਟ ਕੀ ਹੁੰਦਾ ਹੈ, ਕਰੰਟ ਹੈ ਜੀ ਰੇਟ ਆਫ ਫਲੋ ਆਫ ਫ੍ਰੀ ਇਲੈਕਟ੍ਰੋਨਸ, ਠੀਕ ਹੈ। ਤਾਂ ਫਾਰਮੂਲਾ ਹੋ ਗਿਆ I = Q/T। SI ਯੂਨਿਟ ਪੁੱਛ ਸਕਦੇ ਤੁਹਾਨੂੰ ਪੇਪਰ ਦੇ ਵਿੱਚ ਵੀ, SI ਯੂਨਿਟ ਦੱਸੋ ਜੀ ਕਰੰਟ ਦੀ ਕੀ ਹੁੰਦੀ ਹੈ, ਤਾਂ ਲਿਖ ਦਿਓ ਅੰਪੀਅਰ ਜਾਂ ਕੂਲਮ ਪਰ ਸੈਕਿੰਡ ਤੁਸੀਂ ਲਿਖ ਸਕਦੇ ਹੋ। ਅੱਛਾ, ਪੁੱਛ ਸਕਦੇ ਵੀ ਇਹ ਵੈਕਟਰ ਕੁਆਂਟੀਟੀ ਹੁੰਦੀ ਹੈ ਜਾਂ ਸਕੇਲਰ ਕੁਆਂਟੀਟੀ ਹੁੰਦੀ ਹੈ, ਤਾਂ ਤੁਸੀਂ ਦੱਸ ਸਕਦੇ ਹੋ ਇਟ ਇਜ਼ ਅ ਸਕੇਲਰ ਕੁਆਂਟੀਟੀ। ਅੱਛਾ, ਇਸ ਫਾਰਮੂਲੇ ਨੂੰ ਤੁਸੀਂ ਮੋਡੀਫਾਈ ਵੀ ਕਰ ਸਕਦੇ ਹੋ ਥੋੜਾ ਜਿਹਾ। ਆ ਦੇਖੋ, I Q ਕੀ ਹੁੰਦਾ, ਕੁਆਂਟਾਈਜੇਸ਼ਨ ਦਾ ਫਾਰਮੂਲਾ Ne/T। ਤਾਂ ਇਹ ਫਾਰਮੂਲੇ ਨੂੰ ਤੁਸੀਂ ਇਦਾਂ ਵੀ ਲਿਖ ਸਕਦੇ ਹੋ, ਠੀਕ ਹੈ ਜੀ। ਓਕੇ, ਇੱਥੇ ਮੈਨੂੰ ਲੱਗਦਾ ਕਿਸ ਨੂੰ ਕੁਝ ਸਮਝ ਨਾ ਲੱਗਿਆ ਹੋਊਗਾ, ਇਹ ਸਿੰਪਲ ਹੀ ਹੈ। ਆਪਾਂ ਅੱਗੇ ਚੱਲਦੇ ਹਾਂ। ਅੱਗੇ ਬੱਚੇ ਹੁੰਦਾ ਹੈ ਟਾਈਪਸ ਆਫ ਕਰੰਟ। ਟਾਈਪਸ ਆਫ ਕਰੰਟ, ਦੇਖੋ ਵੈਸੇ ਤਾਂ ਕਰੰਟ ਦੀਆਂ ਬਹੁਤ ਸਾਰੀਆਂ ਟਾਈਪਸ ਨੇ, ਬਟ ਮੈਂ ਤੁਹਾਨੂੰ ਦੋ ਮੇਜਰ ਟਾਈਪਸ ਬਾਰੇ ਕੀ ਹੈ ਇੰਟਰੋਡਕਸ਼ਨ ਪਹਿਲਾਂ ਦੇਵਾਂਗਾ, ਫਿਰ ਆਪਾਂ ਪੂਰੇ ਚੈਪਟਰ ਚ ਅੱਗੇ ਚੱਲਦੇ ਚੱਲਦੇ ਕੀ ਹੋਰ ਪੜ੍ਹੀ ਜਾਵਾਂਗੇ। ਇੱਕ ਤਾਂ ਬੱਚੇ ਕਰੰਟ ਹੁੰਦਾ ਅਲਟਰਨੇਟਿੰਗ ਕਰੰਟ, ਅਲਟਰਨੇਟਿੰਗ ਕਰੰਟ। ਇੱਕ ਹੁੰਦਾ ਡਾਇਰੈਕਟ ਕਰੰਟ। ਇਹ ਕਾਫੀ ਧਿਆਨ ਨਾਲ ਸਮਝ ਲਓ ਜੀ, ਠੀਕ ਹੈ। +2 ਵਾਲੇ ਬੱਚੇ ਵੀ ਇਹਦੇ ਵਿੱਚ ਕੀ ਹੈ ਕਨਫਿਊਜ਼ ਹੋ ਜਾਂਦੇ ਨੇ ਵੀ ਕਿਹੜੇ ਕਰੰਟ ਹੁੰਦੇ ਨੇ, ਕਿਉਂਕਿ ਉਹਨਾਂ ਦਾ ਬੇਸਿਕ ਨਹੀਂ ਇੰਨਾ ਜ਼ਿਆਦਾ ਸਟਰੋਂਗ ਹੁੰਦਾ। ਅਲਟਰਨੇਟਿੰਗ ਕਰੰਟ ਨੂੰ ਅਸੀਂ A.C ਵੀ ਲਿਖਦੇ ਆ, ਤੇ ਡਾਇਰੈਕਟ ਕਰੰਟ ਨੂੰ ਅਸੀਂ D.C ਲਿਖਦੇ ਆ, ਠੀਕ ਹੈ। ਅਲਟਰਨੇਟਿੰਗ ਕਰੰਟ ਕੁਝ ਬੱਚੇ ਇਦਾਂ ਦਾ ਹੁੰਦਾ ਹੈ, ਮਤਲਬ ਜੇ ਅਸੀਂ ਇਹਨੂੰ ਨਾ ਇਹਦੇ ਗ੍ਰਾਫ ਤੋਂ ਹੀ ਸਮਝਿਆ ਜਾ ਸਕਦਾ ਹੈ। ਜੇ ਅਸੀਂ ਇਹਦਾ ਗ੍ਰਾਫ ਪਲਾਟ ਕਰੀਏ, ਸਪੋਜ਼ ਇਹ ਸਾਈਡ ਮੈਂ ਕਹਿ ਰਿਹਾ ਵੀ ਕਰੰਟ ਹੈ, ਤੇ ਇਹ ਸਾਈਡ ਸਪੋਜ਼ ਕੀ ਹੈ ਟਾਈਮ ਚੱਲ ਰਿਹਾ ਹੈ, ਤਾਂ ਜੇ ਤੁਸੀਂ ਕਦੇ ਵੀ ਅਲਟਰਨੇਟਿੰਗ ਕਰੰਟ ਦਾ ਗ੍ਰਾਫ ਬਣਾਓਗੇ ਨਾ, ਤਾਂ ਕੁਝ ਇਸ ਤਰੀਕੇ ਦੀ ਵੇਵ ਬਣੇਗਾ। This wave is known as sine wave।
ਇਹਨੂੰ ਕੀ ਬੋਲਦੇ ਆ ਸਾਈਨ ਵੇਵ, ਜਿਹੜੀ ਇਸ origin ਤੋਂ ਸਟਾਰਟ ਹੁੰਦੀ ਹੈ ਉਹਨੂੰ ਸਾਈਨ ਵੇਵ ਬੋਲਿਆ ਜਾਂਦਾ ਹੈ। ਇਹਦੇ ਜਿਹੜੇ ਇਹ ਵਾਲੇ ਫਸਟ ਸਾਈਕਲ ਨੂੰ ਅਸੀਂ ਪੋਜ਼ਿਟਿਵ ਸਾਈਕਲ ਬੋਲਦੇ ਆ, ਜਿਹੜਾ ਉੱਪਰ ਬਣਦਾ ਹੈ, ਤੇ ਨੀਚੇ ਵਾਲਾ ਜਿਹੜਾ ਸਾਈਕਲ ਉਹਨੂੰ ਅਸੀਂ ਨੈਗੇਟਿਵ ਬੋਲਦੇ ਆ, ਫਿਰ ਇਹ ਪੋਜ਼ਿਟਿਵ ਫਿਰ ਇਹ ਨੈਗੇਟਿਵ। मतलब देखो नाम तो क्लियर है, अल्टरनेट मतलब वेरिएबल, मतलब जे अल्टरनेटिंग करंट एक अजिहा करंट है ਜਿਹਦੇ ਵਿੱਚ ਕੀ ਹੁੰਦਾ ਹੈ ਟਾਈਮ ਦੇ ਨਾਲ ਨਾਲ, ਦੇਖੋ ਲਗਾਤਾਰ ਟਾਈਮ ਚੱਲ ਰਿਹਾ ਨਾ ਅਲੋਂਗ ਐਕਸ ਐਕਸਿਸ, ਇਹ ਕੀ ਹੈ ਸਾਡੀ ਇਹ ਐਕਸ ਐਕਸਿਸ ਹੈ, ਐਕਸ ਐਕਸਿਸ ਦੇ ਅਲੋਂਗ ਲਗਾਤਾਰ ਟਾਈਮ ਚੱਲ ਰਿਹਾ, ਟਾਈਮ ਨਹੀਂ ਰੁਕ ਰਿਹਾ। ਤੁਸੀਂ ਦੇਖੋ ਕਰੰਟ ਵੀ ਲਗਾਤਾਰ ਵੇਰੀਏਬਲ ਹੈ, ਕਰੰਟ ਕਿਤੇ ਕਾਂਸਟੈਂਟ ਨਹੀਂ ਹੈਗਾ। ਜੇ ਮੈਂ ਤੁਹਾਨੂੰ ਕਹਾਂ ਇੱਥੇ ਵੈਲਿਊ ਫਿਲਹਾਲ ਕੀ ਹੈ 0 ਹੈ, ਤਾਂ ਹੋ ਸਕਦਾ ਇਸ ਬਿਲਕੁਲ ਟੌਪ ਤੇ ਜਿਹੜੀ ਇਹ ਕਰੰਟ ਦੀ ਵੈਲਿਊ ਸਪੋਜ਼ ਕਿੰਨੀ ਹੈ, ਇਹ 5 ਐਂਪੀਅਰ ਹੈ। ਅੱਛਾ ਫਿਰ ਉਸ ਤੋਂ ਬਾਅਦ ਕੀ ਹੈ 0 ਹੈ, ਫਿਰ ਇੱਥੇ ਜਾ ਕੇ ਕਿੰਨੀ ਵੈਲਿਊ ਹੁੰਦੀ ਹੈ, ਇਹ ਫਿਰ ਆਏਗੀ -5 ਐਂਪੀਅਰ, ਫਿਰ 0, ਤਾਂ ਇਹਦੇ ਨਹੀਂ ਵੀ 0 ਤੋਂ ਇੱਕੋਦਮ ਉਹ 5 ਐਂਪੀਅਰ ਆ ਜਾਊਗਾ, ਨਹੀਂ 0 1 2 3 4, ਇਹਨੂੰ ਬੋਲਦੇ ਸੀ ਮੈਗਨੀਟਿਊਡ ਚੇਂਜ ਹੋਣਾ। ਮੈਗਨੀਟਿਊਡ ਮਤਲਬ ਵੈਲਿਊ, ਠੀਕ ਹੈ, ਵਿਦ ਰਿਸਪੈਕਟ ਟੂ ਟਾਈਮ। ਤੇ ਜਦੋਂ ਉਹ ਪੋਜ਼ਿਟਿਵ ਸਾਈਕਲ ਖਤਮ ਹੋ ਕੇ ਨੈਗੇਟਿਵ ਸਾਈਕਲ ਆਉਂਦਾ ਹੈ, ਫਿਰ ਉਹਨੂੰ ਅਸੀਂ ਬੋਲਦੇ ਹਾਂ ਡਾਇਰੈਕਸ਼ਨ ਦਾ ਚੇਂਜ ਹੋਣਾ। ਦੇਖੋ ਦੋ ਗੱਲਾਂ, ਇੱਕ ਤਾਂ ਮੈਗਨੀਟਿਊਡ ਚੇਂਜ ਹੋ ਰਿਹਾ ਹੈ, ਇੱਕ ਸਾਈਕਲ ਚੇਂਜ ਹੋ ਰਿਹਾ ਹੈ, ਜਾਂ ਡਾਇਰੈਕਸ਼ਨ ਚੇਂਜ ਹੋ ਰਹੀ ਹੈ, ਤੁਸੀਂ ਬੋਲ ਸਕਦੇ ਹੋ। ਇੱਥੋਂ ਅਸੀਂ ਡੈਫੀਨੇਸ਼ਨ ਬਣਾਉਣੀ ਹੈ ਕਿ ਵਾਟ ਇਜ਼ ਅਲਟਰਨੇਟਿੰਗ ਕਰੰਟ। ਤਾਂ ਅਸੀਂ ਕੀ ਕਹਾਂਗੇ, ਅ ਕਰੰਟ ਇਜ਼ ਸੈਡ ਟੂ ਬੀ ਅਲਟਰਨੇਟਿੰਗ ਇਫ ਇਟਸ ਮੈਗਨੀਟਿਊਡ ਐਜ਼ ਵੈਲ ਐਜ਼ ਡਾਇਰੈਕਸ਼ਨ ਚੇਂजेस ਕੰਟੀਨਿਊਸਲੀ ਵਿਦ ਟਾइम। बस सिंपल। तब डेफिनेशन की होगी, it is a type of current, it is a type of current in which magnitude as well as direction continuously changes with the time। ठीक है जी। अच्छा फिर ਤੁਸੀਂ ਨਾ 9th ਕਲਾਸ ਦੇ ਵਿੱਚ ਸਾਊਂਡ ਵੇਵ ਪੜ੍ਹੀ ਹੈ ਹਨਾ, ਤੁਸੀਂ ਸਾਊਂਡ ਵੇਵ ਦੇ ਵਿੱਚ ਪੜ੍ਹਦੇ ਸੀ ਵੇਵ ਬਾਰੇ। ਤੁਸੀਂ ਕਹਿੰਦੇ ਸੀ ਵੀ ਇੱਕ ਕ੍ਰੈਸਟ ਹੁੰਦੀ ਹੈ ਜੀ, ਇੱਕ ਟਰਫ ਹੁੰਦੀ ਹੈ, ਜਦੋਂ ਇੱਕ ਕ੍ਰੈਸਟ ਤੇ ਟਰਫ ਕੰਪਲੀਟ ਹੋ ਜਾਂਦੀ ਹੈ ਤਾਂ ਇੱਕ ਵੇਵ ਕੰਪਲੀਟ ਹੋ ਜਾਂਦੀ ਹੈ, ਐਂ ਬੋਲਦੇ ਸੀ ਨਾ। ਤੇ ਇੱਕ ਸੈਕਿੰਡ ਦੇ ਵਿੱਚ ਇਹੋ ਜਿਹੀਆਂ ਕਿੰਨੀਆਂ ਨੰਬਰ ਆਫ ਵੇਵਸ ਕੀ ਕੰਪਲੀਟ ਹੁੰਦੀਆਂ ਨੇ, ਉਹਨੂੰ ਅਸੀਂ ਬੋਲਦੇ ਸੀ ਫ੍ਰੀਕੁਐਂਸੀ। ਦੈਟ ਮੀਨਸ ਦ ਨੰਬਰ ਆਫ ਆਸੀਲੇਸ਼ਨਸ ਇਨ ਅ 1 ਸੈਕਿੰਡ, ਉਹਨੂੰ ਤੁਸੀਂ ਫ੍ਰੀਕੁਐਂਸੀ ਬੋਲਿਆ ਸੀ। ਇਹਦਾ ਮਤਲਬ ਇਹ ਵੀ ਵੇਵ ਹੈ, ਇਹਦੇ ਵਿੱਚ ਵੀ ਇੱਕ ਪੋਜ਼ਿਟਿਵ ਬਣ ਰਿਹਾ ਇੱਕ ਨੈਗੇਟਿਵ ਬਣ ਰਿਹਾ, ਮਤਲਬ ਕ੍ਰੈਸਟ ਬਣ ਰਿਹਾ ਟਰਫ ਬਣ ਰਿਹਾ। ਤਾਂ ਸਾਡੇ ਜਿਹੜੇ ਘਰਾਂ ਦੇ ਵਿੱਚ ਬੱਚੇ ਜਿਹੜੀ ਅਲਟਰਨੇਟਿੰਗ ਸਪਲਾਈ ਆਉਂਦੀ ਹੈ, ਠੀਕ ਹੈ, ਅਲਟਰਨੇਟਿੰਗ ਜਿਹੜਾ ਕਰੰਟ ਆਉਂਦਾ ਹੈ, ਤਾਂ ਉਹਦਾ ਕੁਐਸਚਨ ਸੀਬੀਐਸਈ ਬੋਰਡ ਪੁੱਛਦੀ ਹੈ ਕਿ ਉਸ ਅਲਟਰਨੇਟਿੰਗ ਕਰੰਟ ਦੀ ਫ੍ਰੀਕੁਐਂਸੀ ਕਿੰਨੀ ਹੁੰਦੀ ਹੈ। ਤਾਂ ਆਪਣੇ ਇੰਡੀਆ ਦੇ ਵਿੱਚ ਬੱਚੇ ਉਹ ਫ੍ਰੀਕੁਐਂਸੀ ਹੈਗੀ ਹੈ 50 ਹਰਟਜ਼। ਮਤਲਬ ਵਿਦਨ 1 ਸੈਕਿੰਡ ਇਹੋ ਜਿਹੇ ਪੋਜ਼ਿਟਿਵ ਨੈਗੇਟਿਵ ਜਿਹੜੇ ਸਾਈਕਲਸ ਨੇ ਉਹ ਕਿੰਨੇ ਬਣਦੇ ਨੇ, ਉਹ 50 ਬਣਦੇ ਆ। ਸਰ ਦੈਟ ਚੈਪਟਰ ਵਾਸ ਕੱਟ ਡਾਊਨ ਫਰਮ ਆਵਰ ਸਿਲੇਬਸ। नो, ਕਿਹਨੇ ਕਿਹਾ? ਨਹੀਂ ਬੱਚੇ, ਕੋਈ ਸਿਲੇਬਸ ਦੇ ਵਿੱਚੋਂ ਕੁਝ ਨਹੀਂ ਕੱਟ ਕੀਤਾ ਹੋਇਆ ਹੈਗਾ, ਸਾਰਾ ਕੁਝ ਹੈ। ਇਹ ਤਾਂ ਮੇਨ ਹੈ ਯਾਰ। ਹਾਂ ਰਿਪੀਟ ਕਰ ਦੇਣਾ ਮੈਂ, ਹਾਂ ਕੱਟ ਕੁੱਟ ਵਾਲਾ ਕੁਝ ਨਹੀਂ ਹੈਗਾ। ਤਾਂ ਅਲਟਰਨੇਟਿੰਗ ਕਰੰਟ ਬੱਚੇ ਕੀ ਹੈ, ਅਲਟਰਨੇਟਿੰਗ ਕਰੰਟ। ਅੱਛਾ 9 ਦੇ ਵਿੱਚੋਂ, ਅੱਛਾ ਠੀਕ ਹੈ ਹਾਂ 9 ਦੇ ਵਿੱਚ ਤੁਸੀਂ ਸਾਊਂਡ ਵੇਵ ਨਹੀਂ ਪੜਿਆ ਨਾ। ਓਕੇ ਠੀਕ ਹੈ, ਹਾਂ ਵੈਰੀ ਗੁੱਡ, ਵਧੀਆ ਕੀਤਾ ਤੁਸੀਂ ਮੈਨੂੰ ਯਾਦ ਕਰਾਤਾ। ਮੈਂ ਦੱਸਦਾ, ਮੈਂ ਦੁਬਾਰਾ ਦੱਸਦਾ। ਆ ਦੇਖੋ, ਕਿਉਂਕਿ ਜਦੋਂ ਮੈਂ ਕਰਵਾਈ ਸੀ 9th ਕਲਾਸ ਉਦੋਂ ਤਾਂ ਚੈਪਟਰ ਉਹ ਹੈਗਾ ਸੀਗਾ, ਇਸੇ ਕਰਕੇ ਮੈਂ ਭੁਲੇਖੇ ਚ ਰਹਿ ਗਿਆ। ਇਹ ਤਾਂ ਆਪਣੇ ਸਕੂਲ ਲੱਗਣ ਨਾ ਕਿਸੇ ਤਰੀਕੇ ਨਾਲ ਤਾਂ ਬਹੁਤ ਇੰਟਰਸਟਿੰਗ ਕਲਾਸਿਸ ਹੋ ਸਕਦੀਆਂ ਨੇ, ਹੋਰ ਵੀ ਜ਼ਿਆਦਾ। ਇਹਨੂੰ ਬੱਚੇ ਅਸੀਂ ਇੱਕ ਵੇਵ ਬੋਲਦੇ ਆ। ਵੇਵ ਦਾ ਮਤਲਬ ਹੁੰਦਾ ਡਿਸਟਰਬੈਂਸ, ਠੀਕ ਹੈ। ਜਿਹੜਾ ਤੁਸੀਂ ਇਹ ਆਹ ਵਾਲੀ origin ਤੋਂ ਉੱਪਰ ਵਾਲਾ ਪਾਰਟ ਦੇਖ ਰਹੇ ਹੋ ਨਾ, ਇਹਨੂੰ ਬੋਲਦੇ ਆ ਕ੍ਰੈਸਟ, ਇਹਨੂੰ ਬੋਲਦੇ ਆ ਟਰਫ। ਜਦੋਂ ਇੱਕ ਕ੍ਰੈਸਟ ਤੇ ਇੱਕ ਟਰਫ ਬਣ ਜਾਂਦੀ ਹੈ ਨਾ, ਉਹਨੂੰ ਅਸੀਂ ਇੱਕ ਵੇਵ ਬੋਲਦੇ ਆ, ਜਾਂ ਤੁਸੀਂ ਇਹਨੂੰ ਇੱਕ ਆਸੀਲੇਸ਼ਨ ਬੋਲ ਸਕਦੇ ਹੋ, ਜਾਂ ਤੁਸੀਂ ਇਹਨੂੰ ਇੱਕ ਸਾਈਕਲ ਬੋਲ ਸਕਦੇ ਹੋ ਵੀ ਇੱਕ ਸਾਈਕਲ ਕੰਪਲੀਟ ਹੋ ਗਿਆ, ਕੁਝ ਵੀ ਬੋਲ ਲਓ। ਤੇ ਇਹੋ ਜਿਹੀਆਂ ਵੇਵਸ ਇੱਕ ਸੈਕਿੰਡ ਦੇ ਵਿੱਚ ਕਿੰਨੀਆਂ ਪੂਰੀਆਂ ਹੋਣਗੀਆਂ, that is known as a frequency, that is known as a frequency। मतलब frequency definition की है, number of oscillations in 1 second।
ਇੱਕ ਸੈਕਿੰਡ ਦੇ ਵਿੱਚ ਕਿੰਨੀਆਂ ਨੰਬਰ ਆਫ ਆਸੀਲੇਸ਼ਨਸ ਹੋ ਰਹੀਆਂ ਨੇ, ਮਤਲਬ ਕਿੰਨੀਆਂ ਨੰਬਰ ਆਫ ਵੇਵਸ ਕੰਪਲੀਟ ਹੋ ਰਹੀਆਂ ਨੇ, that is known as frequency। ਤੇ ਜਿਹੜੀ ਆਪਣੇ ਏਸੀ ਘਰਾਂ ਦੇ ਵਿੱਚ ਆਉਂਦੇ ਅਲਟਰਨੇਟਿੰਗ ਕਰੰਟ, ਉਹਦੀ ਫ੍ਰੀਕੁਐਂਸੀ 50 ਹਰਟਜ਼ ਹੈ। ਜੇ ਤੁਸੀਂ ਕੈਨੇਡਾ ਵਗੈਰਾ ਫੋਰਨ ਕੰਟਰੀ ਦੀ ਗੱਲ ਕਰੋ, ਉਹਦੀ ਜਿਹੜੀ ਫ੍ਰੀਕੁਐਂਸੀ ਹੈ ਉਹ ਬੱਚੇ 60 ਹਰਟਜ਼ ਹੁੰਦੀ ਹੈ, ਉਹ ਆਪਣੇ ਤੋਂ ਵੀ ਜ਼ਿਆਦਾ ਹੈ। ਠੀਕ ਹੈ, ਤਾਂ ਤੁਹਾਨੂੰ ਇੰਡੀਆ ਦਾ ਕੁਐਸਚਨ ਪੁੱਛਿਆ ਜਾ ਸਕਦਾ। ਤੁਸੀਂ ਆਪਣੇ ਘਰ ਦੀਆਂ ਅਪਲਾਈਐਂਸਿਸ ਚੱਕ ਕੇ ਦੇਖਿਓ ਅੱਜ, ਤੁਹਾਡੇ ਚਾਹੇ ਘਰੇ ਕੋਈ ਪ੍ਰੈਸ ਹੈਗੀ ਆ, ਮਤਲਬ ਆਇਰਨ ਹੈਗੀ, ਇਲੈਕਟ੍ਰਿਕ ਆਇਰਨ ਹਨਾ, ਕੋਈ ਇਲੈਕਟ੍ਰਿਕ ਗੀਜ਼ਰ ਹੈ, ਉਹਨਾਂ ਹਰ ਇੱਕ ਤੇ ਕੀ ਲਿਖਿਆ ਹੋਊਗਾ 50 ਹਰਟਜ਼ ਲਿਖਿਆ ਹੋਊਗਾ। ਅਗਰ ਕਿਸੇ ਤੇ 60 ਹਰਟਜ਼ ਲਿਖਿਆ ਹੋਇਆ, ਇਹਦਾ ਮਤਲਬ ਉਸ ਡਿਵਾਈਸ ਨੂੰ ਤੁਸੀਂ ਕਿਸੇ ਫੋਰਨ ਕੰਟਰੀ 'ਚ ਜਾ ਕੇ ਵੀ ਚਲਾ ਸਕਦੇ ਹੋ, ਉੱਥੇ ਵੀ ਉਹ ਆਪਰੇਟ ਹੋ ਜਾਏਗੀ। ਜਿਹੜਾ ਬੱਚੇ ਇਹ ਡਾਇਰੈਕਟ ਕਰੰਟ ਹੈ, ਡਾਇਰੈਕਟ ਕਰੰਟ ਕਾਂਸਟੈਂਟ ਕਰੰਟ ਹੁੰਦਾ ਹੈ। ਡਾਇਰੈਕਟ ਕਰੰਟ ਕੀ ਹੁੰਦਾ ਹੈ? ਕਾਂਸਟੈਂਟ ਕਰੰਟ। ਮਤਲਬ ਕਾਂਸਟੈਂਟ ਕਰੰਟ ਤੋਂ ਦੇਖ ਕੇ ਪਤਾ ਲੱਗ ਰਿਹਾ ਵੀ ਉਹ ਕਰੰਟ ਜਿਹਦੇ ਵਿੱਚ ਨਾ ਤਾਂ ਮੈਗਨੀਟਿਊਡ ਚੇਂਜ ਹੋਵੇ, ਮਤਲਬ ਵੈਲਿਊ ਚੇਂਜ ਨਹੀਂ ਹੁੰਦੀ, ਠੀਕ ਹੈ, ਨਾ ਹੀ ਡਾਇਰੈਕਸ਼ਨ ਚੇਂਜ ਹੋਵੇ, ਨਾ ਡਾਇਰੈਕਸ਼ਨ ਚੇਂਜ ਹੋਵੇ, ਤਾਂ that type of current is known as direct current। ਜੇ ਤੁਸੀਂ ਇਹਦਾ ਗ੍ਰਾਫ ਕਦੇ ਪਲਾਟ ਕਰੋਗੇ ਨਾ, ਕਰੰਟ ਵਰਸਸ ਟਾਈਮ, ਤਾਂ ਬੱਚੇ ਬਿਲਕੁਲ ਉਹ ਨਾ ਸਟ੍ਰੇਟ ਲਾਈਨ ਆਏਗਾ। ਮਤਲਬ ਟਾਈਮ ਇਨਕਰੀਜ਼ ਹੋਈ ਜਾਊਗਾ ਬਟ ਕਰੰਟ ਦੀ ਵੈਲਿਊ ਚੇਂਜ ਨਹੀਂ ਹੋਏਗੀ। ਅਗਰ ਕਰੰਟ 5 ਐਂਪੀਅਰ ਹੈ ਤਾਂ ਉਹ 5 ਐਂਪੀਅਰ ਹੀ ਰਹੇਗਾ, ਤਾਂ ਉਸ ਕਰੰਟ ਨੂੰ ਅਸੀਂ ਬੋਲਾਂਗੇ ਡਾਇਰੈਕਟ ਕਰੰਟ। ਤਾਂ ਇਹਦੀ ਡੈਫੀਨੇਸ਼ਨ ਕੀ ਹੋਗੀ ਕਿ ਇਟ ਇਜ਼ ਅ ਟਾਈਪ ਆਫ ਕਰੰਟ, it is a type of current in which magnitude as well as direction remains constant, remains constant। ਤੇ ਜਿਹੜੀ ਦੇਖੋ ਬੱਚੇ ਇਹਦੇ ਵਿੱਚ ਕੋਈ ਆਸੀਲੇਸ਼ਨ ਨਹੀਂ ਹੈਗੀ ਨਾ, ਤਾਂ ਇਹਦੀ ਫ੍ਰੀਕੁਐਂਸੀ 0 ਹੈ। ਜਿਹਦੀ ਕੋਈ ਆਸੀਲੇਸ਼ਨ ਨਹੀਂ ਹੁੰਦੀ, that means ਉਹਦੇ ਵਿੱਚ ਕੋਈ ਵੇਵ ਨਹੀਂ ਬਣ ਰਹੀ, ਜਿਸ ਚ ਵੇਵ ਨਹੀਂ ਬਣ ਰਹੀ ਉਹਦੀ ਫ੍ਰੀਕੁਐਂਸੀ 0। ਕੁਐਸਚਨ ਹੈ sir how will direction of current change is not it conventionally goes from positive terminal to negative terminal? sir how will direction of current change is not it conventionally goes, ਨਹੀਂ ਨਹੀਂ ਬੱਚੇ ਉਹ ਇੱਕ ਨਹੀਂ ਕਿ ਇਹ ਕਨਵੈਨਸ਼ਨ ਨਹੀਂ ਹੈਗੀ, ਇਹ ਰਿਐਲਿਟੀ ਹੈ। ਤੁਸੀਂ ਕਦੇ ਉਹ ਦੇਖਿਆ ਹੋਊਗਾ, ਮੈਂ ਤੁਹਾਨੂੰ ਵੈਸੇ ਨਾ ਆਸਕਿਲੋਸਕੋਪ ਹੁੰਦਾ ਹੈਗਾ, ਤੁਸੀਂ ਕਦੇ ਕੋਈ ਮੂਵੀ ਵਗੈਰਾ ਦੇਖੀ ਹੋਗੀ ਨਾ, ਤੁਸੀਂ ਦੇਖਿਆ ਹੋਊਗਾ ਇੱਕ ਆਈਸੀਯੂ ਸੈਂਟਰ ਹੁੰਦਾ ਨਾ, ਆਈਸੀਯੂ ਹੁੰਦਾ ਨਾ ਜਦੋਂ ਆਪਰੇਸ਼ਨ ਥੀਏਟਰ ਹਨਾ, ਜਿਹਦੇ ਆਪਰੇਸ਼ਨ ਕਰਦੇ ਆ, ਤੁਸੀਂ ਉੱਥੇ ਇੱਕ ਡੱਬਾ ਜਿਹਾ ਦੇਖਿਆ ਹੋਊਗਾ ਹਨਾ, ਉਹਦੇ ਚ ਆਪਣੀ ਹਾਰਟ ਸਪੀਡਸ ਐਵੇਂ ਐਵੇਂ ਚੱਲਦੀਆਂ ਹੁੰਦੀਆਂ ਨੇ ਹਨਾ। ਤਾਂ ਉਹ ਉਸ ਡਿਵਾਈਸ ਦੇ ਨਾਲ ਅਸੀਂ ਜਿਹੜਾ ਸਾਡੇ ਘਰਾਂ ਦੇ ਵਿੱਚ ਕਰੰਟ ਆ ਰਿਹਾ ਨਾ, ਉਹਦਾ ਅਸੀਂ ਇਸ ਤਰੀਕੇ ਦਾ ਗ੍ਰਾਫ ਪਲਾਟ ਕਰ ਸਕਦੇ ਹਾਂ। ਉਹ ਬਣਦਾ ਜੀ, ਬਿਲਕੁਲ ਏਦਾਂ ਹੀ ਬਣਦਾ ਉਹ। ਹਾਂ ਠੀਕ ਹੈ, ਤਾਂ ਤੁਸੀਂ ਦੇਖ ਸਕਦੇ ਹੋ। ਅੱਜ ਦਾ ਟਾਈਮ ਕੰਪਲੀਟ ਹੋ ਗਿਆ ਜੀ, ਤੇ ਪਤਾ ਨਹੀਂ ਲੱਗਿਆ ਕਿਹੜੇ ਵਜੇ ਆਪਣਾ ਜਿਹੜਾ ਟਾਈਮ ਹੈ ਉਹ ਕੰਪਲੀਟ ਹੋ ਜਾਂਦਾ ਹੈ। ਤੇ ਇਹ ਵਾਲੀ ਵੀਡੀਓ ਨੂੰ ਦੁਬਾਰਾ ਜ਼ਰੂਰ ਦੇਖਿਓ, ਠੀਕ ਹੈ। ਤੇ ਨੈਕਸਟ ਜਿਹੜਾ ਕਿ ਆਪਣਾ ਜਿਹੜਾ ਕਨਸੈਪਟ ਹੈ ਉਹ ਦੁਬਾਰਾ ਫਿਰ ਤੋਂ ਆਪਾਂ ਇੱਥੇ ਸਟਾਰਟ ਕਰਾਂਗੇ, ਠੀਕ ਹੈ। ਤੇ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਇੱਕ ਅੱਧੀ ਵੀਡੀਓ ਨਾ ਹੋਰ ਵੀ ਸ਼ੇਅਰ ਕਰੂੰਗਾ ਜਿਹੜੀ ਮੇਰੇ ਕੋਲ ਰਿਕਾਰਡਡ ਹੈ, ਠੀਕ ਹੈ, ਤੇ ਉਹਨੂੰ ਵੀ ਤੁਸੀਂ ਦੇਖਿਓ, ਉਹਦੇ ਵਿੱਚ ਤੁਹਾਨੂੰ ਹੋਰ ਵਧੀਆ ਹੈਲਪ ਮਿਲੂਗੀ, ਠੀਕ ਹੈ ਜੀ। ਓਕੇ, ਥੈਂਕ ਯੂ ਹਿਮੰਤ। ਮੈਂ ਆਪਣੇ ਵੱਲੋਂ ਫੁੱਲ ਕੋਸ਼ਿਸ਼ ਕਰਦਾ ਜੀ, ਮੈਂ ਤਾਂ ਬਸ ਇਹ ਕਹਿਣਾ ਵੀ ਜੇ ਕਿਸੇ ਫਟਾਫਟ ਸਕੂਲ ਲੱਗਣ ਨਾ, ਤਾਂ ਆਪਾਂ ਇਹ ਹੋਰ ਵੀ ਬਹੁਤ ਅੱਛੇ ਤਰੀਕੇ ਨਾਲ ਇਹਨੂੰ ਕਰ ਸਕਦੇ ਹਾਂ, ਠੀਕ ਹੈ ਜੀ। ਥੈਂਕ ਯੂ, ਟੇਕ ਕੇਅਰ, ਤੁਸੀਂ ਇਹਨਾਂ ਸਪੋਰਟ ਕਰ ਦਿਓ। ਥੈਂਕ ਯੂ ਬੱਚੇ, ਥੈਂਕ ਯੂ ਵੈਰੀ ਮਚ। ਮਤਲਬ ਹੁੰਦਾ ਤਾਂ ਮਨ ਚ ਬਹੁਤ ਕੁਝ ਹੈ ਵੀ ਆ ਵੀ ਕਰਾ ਦਿਓ, ਆ ਵੀ ਕਰਾ ਦਿਓ, ਆ ਵੀ ਕਰਾ ਦਿਓ, ਪਰ ਟਾਈਮ ਲਿਮਿਟਡ ਹੁੰਦਾ ਨਾ, ਇਸ ਕਰਕੇ ਕਰਵਾ